ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ, ਜਿਹਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ। ਸੋ ਜਦੋਂ ਕੈਨੇਡੀਅਨ ਇਮੀਗ੍ਰੇਸ਼ਨ ਦੀ ਗੱਲ ਆਉਂਦੀ ਹੈ ਤਾਂ ਬਹੁਤ ਸਾਰਿਆਂ ਨੇ ਆਪਣੀਆਂ ਪ੍ਰੋਫਾਈਲਸ ਇਸ ਵਕਤ ਲਗਾਈਆਂ ਹੋਈਆਂ ਨੇ ਤੇ ਵੇਟ ਕਰ ਰਹੇ ਨੇ ਕਿ ਵੀਜ਼ਾ ਕਦੋਂ ਆਏਗਾ। ਜਿਹੜੇ ਇੱਥੇ ਇਸ ਵਕਤ ਕੈਨੇਡਾ ਦੇ ਅੰਦਰ ਮੌਜੂਦ ਨੇ ਉਹ ਵੀ ਆਪਣੇ ਪ੍ਰੋਸੈਸ ਨੂੰ ਲੈ ਕੇ ਚਿੰਤਿਤ ਨੇ ਕਿ ਕਿੰਨੇ ਸਮੇਂ ਤੱਕ ਅਜੇ ਸਾਡੇ ਰਿਜ਼ਲਟਸ ਆਉਣਗੇ। ਅਜਿਹੇ ਵਿੱਚ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਐਕਸਪ੍ਰੈਸ ਐਂਟਰੀ ਦੀ ਉਡੀਕ ਕਰ ਰਹੇ ਹੋ ਤਾਂ ਆਉਣ ਵਾਲੇ ਸਮੇਂ ਵਿੱਚ ਐਕਸਪ੍ਰੈਸ ਐਂਟਰੀ ਦੇ ਵਿੱਚ ਕੁਝ ਚੇਂਜਸ ਦੀ ਸੰਭਾਵਨਾ ਹੈਗੀ ਹੈ। ਸੋ ਕੈਨੇਡੀਅਨ ਐਕਸਪ੍ਰੈਸ ਐਂਟਰੀ ਵਿੱਚ ਕਿਹੜੀਆਂ ਚੇਂਜਸ ਆ ਸਕਦੀਆਂ ਨੇ ਤੇ ਕਿਉਂ ਆ ਸਕਦੀਆਂ ਨੇ, ਇਹਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ। ਨਾਲ ਹੀ ਅਸੀਂ ਵਰਕ ਪਰਮਿਟ ਦੇ ਬਾਰੇ ਵਿੱਚ ਵੀ ਅੱਜ ਗੱਲਬਾਤ ਕਰਾਂਗੇ, ਕੈਨੇਡੀਅਨ ਵਰਕ ਪਰਮਿਟ ਦੇ ਬਾਰੇ ਵਿੱਚ। ਇਸ ਤੋਂ ਇਲਾਵਾ ਇਮੀਗ੍ਰੇਸ਼ਨ ਸੰਬੰਧੀ ਤੁਹਾਡਾ ਕੋਈ ਵੀ ਸਵਾਲ ਹੈਗਾ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ 'ਚ ਤੁਸੀਂ ਕਾਲ ਕਰ ਸਕਦੇ ਹੋ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਅੱਜ ਦੇ ਮੁੱਦਿਆਂ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਆਈਸੀਸੀ ਇਮੀਗ੍ਰੇਸ਼ਨ ਤੋਂ ਮਿਸਟਰ ਮਨੂ ਦੱਤਾ ਜੀ। ਸਵਾਗਤ ਹੈ ਸਰ। ਥੈਂਕ ਯੂ ਵੈਰੀ ਮਚ ਤਰਨ ਜੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਹੀ ਵਿਊਅਰਸ ਨੂੰ ਆਈਸੀਸੀ ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ ਐਮਡੀ ਮਨੂ ਦੱਤਾ ਐਂਡ ਆਰਡੀ ਰਿਪੁਦਮਨ ਸਿੰਘ ਢਿੱਲੋਂ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ ਔਨ 에ਅਰ। ਕੀ ਹਾਲ ਚਾਲ ਸਰ? ਆਲ ਗੁੱਡ ਤਰਨ ਜੀ, ਥੈਂਕ ਯੂ। ਆਪਾਂ ਜਦੋਂ ਬਿਜ਼ਨਸ ਵੀਜ਼ਾ ਦੀ ਗੱਲ ਕਰਦੇ ਹਾਂ ਤਾਂ ਤੁਸੀਂ ਸਟਾਰਟਅਪ ਵੀਜ਼ਾ ਦੀ ਗੱਲ ਕਰਦੇ ਹੁੰਦੇ ਸੀ ਤੇ ਮੈਂ ਹੁਣੇ ਰੀਸੈਂਟਲੀ ਖਬਰ ਪੜ੍ਹ ਰਹੀ ਸੀ ਕਿ ਪਿਛਲੇ 5 ਮਹੀਨਿਆਂ ਦੇ ਵਿੱਚ ਰਿਕਾਰਡ ਤੋੜ ਜਿਹੜੇ ਵੀਜ਼ਾਸ ਦਿੱਤੇ ਗਏ ਨੇ ਇਸ ਫੀਲਡ ਦੇ ਅੰਡਰ ਤੇ 250 ਦੇ ਕਰੀਬ ਸਿਰਫ 5 ਮਹੀਨਿਆਂ ਦੇ ਵਿੱਚ ਹੀ ਜਿਹੜੇ ਆ ਲੋਕੀ ਆ ਕੇ ਇੱਥੇ ਸੈਟਲ ਡਾਊਨ ਹੋਏ ਨੇ। ਤਰਨ, ਸਟਾਰਟਅਪ ਵੀਜ਼ਾ ਇੱਕ ਬਹੁਤ ਅਮੇਜ਼ਿੰਗ ਵੀਜ਼ਾ ਹੈਗਾ। ਬੇਸਿਕਲੀ ਜਿੰਨੇ ਵੀ ਦੋਸਤ ਸਾਡੇ ਟੈਕਨੋਲੋਜੀ ਸੈਕਟਰ ਨੂੰ ਜਾਂ ਜਿਹੜੇ ਬਿਜ਼ਨਸ ਨੂੰ ਰਿਪਰੈਜ਼ੈਂਟ ਕਰਦੇ ਨੇ ਉਹਨੂੰ ਟੈਕਨੋਲੋਜੀ ਨਾਲ ਅਮਾਲਗਾਮੇਟ ਕਰਕੇ ਕੈਨੇਡੀਅਨ ਜਿਹੜੇ ਇਨਵੈਸਟਰਸ ਹੈਗੇ ਨੇ, ਵੈਂਚਰ ਕੈਪੀਟਲਿਸਟ ਹੈਗੇ ਨੇ, ਉਹਨਾਂ ਨੂੰ ਜਦੋਂ ਪ੍ਰੈਜ਼ੈਂਟ ਕਰਦੇ ਨੇ, ਇਹਦੇ ਵਿੱਚ ਜ਼ਿਆਦਾਤਰ ਜਿਹੜੇ ਪ੍ਰੋਗਰਾਮਸ ਇਹੋ ਜਿਹੇ ਹੈਗੇ ਨੇ ਜਿੱਥੇ ਤੁਸੀਂ ਟੈਕਨੋਲੋਜੀ ਦਾ ਯੂਜ਼ ਜ਼ਿਆਦਾ ਕਰਦੇ ਹੋ। ਈਵਨ ਵੇਅਰ ਹਾਊਸਿੰਗ ਵੀ ਹੈਗੀ, ਉਹਦੇ ਵਿੱਚ ਵੀ ਟੈਕਨੋਲੋਜੀ ਦਾ ਤੁਸੀਂ ਯੂਜ਼ ਕਿਸ ਤਰ੍ਹਾਂ ਕਰ ਸਕਦੇ ਹੋ, ਉਹਦੇ ਵਿੱਚ ਵੀ ਦਿਸ ਕੈਨ ਵਰਕ। ਟਰੱਕਿੰਗ ਦੇ ਵਿੱਚ ਟੈਕਨੋਲੋਜੀ ਕਿਸ ਤਰ੍ਹਾਂ ਐਡ ਕਰ ਸਕਦੇ ਹੋ, ਕਿਸ ਤਰ੍ਹਾਂ ਯੂਜ਼ ਕਰ ਸਕਦੇ ਹੋ। ਈਵਨ ਤੁਹਾਡੇ ਕੋਲ ਕੋਈ ਗੈਸ ਸਟੇਸ਼ਨ ਹੈਗਾ, ਕੋਈ ਹਰ ਇੱਕ ਦੇ ਵਿੱਚ ਤੁਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਟੈਕਨੋਲੋਜੀ ਨੂੰ ਅਮਾਲਗਾਮੇਟ ਆਪਣੇ ਬਿਜ਼ਨਸ ਦੇ ਵਿੱਚ ਕਰ ਸਕਦੇ ਹੋ, ਆਪਣੇ ਪ੍ਰੋਡਕਟ ਨੂੰ ਬੈਟਰ ਬਣਾਉਣ ਵਾਸਤੇ, ਬੈਟਰ ਰੀਚ ਟੂ ਦਾ ਕਲਾਇੰਟਸ ਵਾਸਤੇ। ਸੋ ਜਿਸ ਤਰ੍ਹਾਂ ਚੰਗੀ ਤਰ੍ਹਾਂ ਤੁਸੀਂ ਪੁੱਟ ਅਪ ਕਰੋਗੇ ਉਹਨਾਂ ਜਲਦੀ ਇਹਦੀ ਰਿਸਪੌਂਸ ਟਾਈਮ ਹੈਗਾ ਆ। ਪਹਿਲੇ ਜਿਹੜਾ ਤਰਨ ਇਹਦੇ ਸਭ ਤੋਂ ਵੱਡਾ ਐਡਵਾਂਟੇਜ ਇਹ ਹੈਗਾ ਕਿ ਇਹਦੇ ਵਿੱਚ ਏਜ ਇਜ਼ ਨਾਟ ਅ ਬੈਰੀਅਰ, ਓਕੇ, ਐਜੂਕੇਸ਼ਨ ਇਜ਼ ਨਾਟ ਅ ਬੈਰੀਅਰ, ਲੈਂਗੁਏਜ ਸਕਿੱਲਸ ਬਹੁਤ ਹਾਈ ਨਹੀਂ ਚਾਹੀਦੀਆਂ, 5 ਬੈਂਡ ਚਾਹੀਦੇ ਨੇ ਇਸ ਕੈਟੇਗਰੀ ਦੇ ਵਿੱਚ ਆਪਣੀ ਐਪਲੀਕੇਸ਼ਨ ਥਰੂ ਕਰਾਉਣ ਵਾਸਤੇ। ਐਂਡ ਜਿਹੜਾ ਪ੍ਰੀ ਪੈਂਡੈਮਿਕ ਟਾਈਮ ਸੀਗੇ ਤਰਨ ਜੀ ਕਿ ਉਹ ਸੀਗਾ ਲੈਸ ਦੈਨ 11 ਮੰਥਸ। ਪੈਂਡੈਮਿਕ ਤੇ ਡਿਊਰਿੰਗ ਆ ਟਾਈਮ ਵੱਧ ਕੇ 3 ਸਾਲ ਦੇ ਉੱਪਰ ਚਲਾ ਗਿਆ ਸੀਗਾ। ਸੋ ਬਟ ਇਹ ਇੰਨੀ ਸਿਗਨੀਫੀਕੈਂਟ ਕੈਟੇਗਰੀ ਹੈਗੀ ਹੈ ਕਿ ਗਵਰਨਮੈਂਟ ਵਾਂਟਡ ਕਿ ਇਹਦਾ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਡਰਾਸਟਿਕਲੀ ਘਟਾ ਕੇ ਵਾਪਸ ਅਸੀਂ ਉੱਥੇ ਲੈ ਆਈਏ ਜਿੱਥੇ ਹੁਣ ਸੀਗਾ। ਸੋ ਉਹਦੇ ਨਾਲ ਕੀ ਹੈਗਾ ਕਿ ਵਿਦਿਨ 1 ਈਅਰ ਇੱਥੇ ਆ ਕੇ ਐਪਲੀਕੈਂਟਸ, ਇਨਵੈਸਟਰਸ ਆ ਕੇ ਆਪਣਾ ਬਿਜ਼ਨਸ ਸ਼ੁਰੂ ਕਰ ਸਕਦੇ ਨੇ, ਸਟਾਰਟਅਪ ਸ਼ੁਰੂ ਕਰ ਸਕਦੇ ਨੇ ਐਂਡ ਦੇ ਕੈਨ ਸਟਾਰਟ ਕੰਟਰੀਬਿਊਟਿੰਗ ਟੂ ਦਾ ਕੈਨੇਡੀਅਨ ਸੋਸਾਇਟੀ। ਸੋ ਇਹਦਾ ਟਾਈਮ ਪੀਰੀਅਡ ਇਜ਼ ਅਗੇਨ ਬੈਕ। ਪਿਛਲੀਆਂ ਜਿਹੜੀਆਂ ਐਪਲੀਕੇਸ਼ਨਸ ਫਸੀਆਂ ਹੋਈਆਂ ਸੀਗੀਆਂ ਉਹ ਕਾਫੀ ਜਲਦੀ ਪ੍ਰੋਸੈਸ ਹੋਈਆਂ ਹੈਗੀਆਂ। ਜਲਦੀ ਤਾਂ ਨਹੀਂ ਪ੍ਰੋਸੈਸ ਹੋਈਆਂ ਬਟ 2-2 ਸਾਲ ਲੱਗ ਗਏ, ਬਟ ਹੁਣ ਕਾਫੀ ਸਪੀਡ ਦੇ ਨਾਲ ਪ੍ਰੋਸੈਸ ਹੋ ਰਹੀਆਂ। 250 ਐਪਲੀਕੇਸ਼ਨ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਦੇ ਗॉट ਪ੍ਰੋਸੈਸਡ ਇਨ ਲਾਸਟ 5 ਮੰਥਸ ਵਿਚ ਇਜ਼ ਅ ਵੈਰੀ ਗੁੱਡ ਬਿਕੋਜ਼ ਕੈਨੇਡਾ ਨੀਡਸ ਸਚ ਸਟਾਰਟਅਪ ਪੀਪਲ। ਜੀ, ਤੁਸੀਂ ਸਟਾਰਟਅਪ ਦੀ ਗੱਲ ਕੀਤੀ ਹੈ, ਨਾਲ ਦੀ ਨਾਲ ਥੋੜਾ ਜਿਹਾ ਐਕਸਪ੍ਰੈਸ ਐਂਟਰੀ ਦੀ ਵੀ ਗੱਲ ਕਰ ਲੈਂਦੇ ਆ। ਐਕਸਪ੍ਰੈਸ ਐਂਟਰੀ ਦੇ ਡਰਾਸ ਦੇ ਜਿਹੜੇ ਆ ਤੁਸੀਂ ਕਿਹਾ ਸੀ ਕਿ ਇਸ ਸਾਲ ਦੇ ਐਂਡ ਤੱਕ ਜਾਂ ਅਕਤੂਬਰ ਦੇ ਐਂਡ ਤੱਕ ਅਸੀਂ ਦੇਖਾਂਗੇ ਕਿ 500 ਤੋਂ ਨੀਚੇ ਆ ਜਾਣਗੇ। ਸੋ ਜਿਹੜੇ ਤਾਂ ਇਸ ਵਾਰ ਲਗਾ ਲੈਣਗੇ, ਪਰ ਇਹ ਸੁਣਨ ਦੇ ਵਿੱਚ ਆ ਰਿਹਾ ਕਿ 2023 ਦੇ ਵਿੱਚ ਐਕਸਪ੍ਰੈਸ ਐਂਟਰੀ ਦੇ ਵਿੱਚ ਵੀ ਕੁਝ ਚੇਂਜਸ ਆਉਣ ਵਾਲੀਆਂ ਨੇ। ਬਿਲਕੁਲ ਤਰਨ ਜੀ, ਕਾਫੀ ਸਿਗਨੀਫੀਕੈਂਟ ਚੇਂਜਸ ਅਸੀਂ ਐਕਸਪੈਕਟ ਕਰ ਰਹੇ ਹਾਂ। ਉਹਦਾ ਸਿਗਨੀਫੀਕੈਂਟ ਚੇਂਜਸ ਇਹ ਹੈਗੀਆਂ ਜੀ, ਸਭ ਤੋਂ ਇੰਪੋਰਟੈਂਟ ਕਿ ਪੁਆਇੰਟ ਦਾ ਹੋ ਸਕਦਾ ਕਿ ਪੁਆਇੰਟਸ ਦਾ ਚੱਕਰ ਥੋੜਾ ਜਿਹਾ ਘਟ ਜਾਵੇ, ਕੈਰੀ ਆਕੂਪੇਸ਼ਨ ਸਪੈਸਿਫਿਕ ਡਰਾਸ ਦੇ ਉੱਤੇ ਜ਼ਿਆਦਾ ਫੋਕਸ ਹੋ ਜਾਏਗਾ। ਸੋ ਸਪੋਜ਼ ਫਿਜ਼ੀਸ਼ੀਅਨਸ ਚਾਹੀਦੇ ਨੇ, ਫਿਜ਼ੀਸ਼ੀਅਨਸ ਹੋ ਸਕਦਾ ਕੋਈ 450 ਵਾਲਾ ਪਿਕ ਹੋ ਜਾਏ, ਕੋਈ 500 ਵਾਲਾ ਪਿਕ ਹੋ ਜਾਏ, ਹੋ ਸਕਦਾ ਕੋਈ 400 ਵਾਲਾ ਵੀ ਪਿਕ ਹੋ ਜਾਏ। ਇਨ ਡਿਮਾਂਡ ਜਿਹੜੇ ਹੋਣਗੇ, ਇਨ ਡਿਮਾਂਡ ਜੀ ਬਿਲਕੁਲ। ਸੋ ਗਵਰਨਮੈਂਟ ਡਿਸਾਈਡ ਕਰੇਗੀ, ਇਮੀਗ੍ਰੇਸ਼ਨ ਮਿਨਿਸਟਰ IRCC ਡਿਸਾਈਡ ਕਰੇਗੀ ਕਿ ਕਿਹੜੇ ਆਕੂਪੇਸ਼ਨਸ ਕਿਹੜੇ ਪ੍ਰੋਵਿੰਸ ਦੇ ਵਿੱਚ ਜਾਂ ਅਕ੍ਰੋਸ ਕੈਨੇਡਾ ਕਿਹੜੇ ਇਹੋ ਜਿਹੇ ਆਕੂਪੇਸ਼ਨਸ ਹੈਗੇ ਨੇ ਜਿਹਨੂੰ ਸਾਨੂੰ ਡਰਾਸਟਿਕਲੀ ਚਾਹੀਦੇ ਨੇ। ਹੁਣ ਜਿਸ ਤਰ੍ਹਾਂ ਹੈਲਥ ਸਰਵਿਸਿਜ਼ ਹੈਗੀਆਂ, ਇਹ ਆਕੂਪੇਸ਼ਨਸ ਇਸ ਤਰ੍ਹਾਂ ਦੇ ਹੈਗੇ ਨੇ ਜਿਹਦੇ ਵਿੱਚ ਤੁਹਾਡੀ ਐਪਲੀਕੇਸ਼ਨ ਜਿੰਨੀ ਜਲਦੀ ਪ੍ਰੋਸੈਸ ਹੋਵੇ ਉਨੀ ਜਲਦੀ ਸਾਨੂੰ ਕੈਨੇਡਾ ਦੇ ਵਿੱਚ ਉਹ ਡਿਮਾਂਡਸ ਪੂਰੀਆਂ ਹੋ ਸਕਦੀਆਂ। ਹੁਣ ਇਸੇ ਤਰ੍ਹਾਂ ਟ੍ਰੇਡਸ ਦੀ ਗੱਲ ਕਰੀਏ ਤਰਨ ਜੀ, ਅਸੀਂ ਪਲੰਬਰਸ ਦੀ ਗੱਲ ਕਰੀਏ, ਮਕੈਨੀਕਲ ਇੰਜੀਨੀਅਰਸ ਦੀ ਗੱਲ ਕਰੀਏ, ਮਸ਼ੀਨਿਸਟ ਦੀ ਗੱਲ ਕਰੀਏ, ਮਸ਼ੀਨ ਆਪਰੇਟਰਸ ਦੀ ਗੱਲ ਕਰੀਏ, CNC ਪ੍ਰੋਗਰਾਮਰਸ ਦੀ ਗੱਲ ਕਰੀਏ, ਇਲੈਕਟ੍ਰੀਸ਼ੀਅਨਸ ਦੀ ਗੱਲ ਕਰੀਏ, ਪਲੰਬਰਸ ਦੀ ਗੱਲ ਕਰੀਏ, ਵੈਲਡਰਸ ਦੀ ਗੱਲ ਕਰੀਏ, ਆਟੋ ਮਕੈਨਿਕਸ, ਡੀਜ਼ਲ ਮਕੈਨਿਕਸ, ਇਹ ਸਾਰੇ ਟ੍ਰੇਡ ਜਿਹੜੇ ਹੈਗੇ ਨੇ ਟ੍ਰੇਡ ਦੇ ਵਿੱਚ ਆਉਂਦੇ ਨੇ। ਹੁਣ ਤੁਸੀਂ ਆਹ ਚੀਜ਼ ਦੇਖੋ ਕਿ ਸੈਸਕੈਚੁਆਨ ਨੇ 2 ਡਰਾਜ਼ ਇਹੋ ਜਿਹੇ ਕੱਢੇ ਜਿਹੜੇ 60 ਪੁਆਇੰਟਸ ਦੇ ਕੱਟ ਆਫ ਤੇ ਚਲੇ ਗਏ।
ਉਹ ਜਿਹੜਾ ਉਹਨਾਂ ਦਾ ਸਕੋਰਿੰਗ ਸਿਸਟਮ ਹੈਗਾ। ਸੋ 60 ਇਜ਼ ਨਾਟ ਡਿਫਿਕਲਟ ਟੂ ਗੈਟ, ਬਟ 68 ਜਾਂ 83 ਜਦੋਂ ਹੋ ਜਾਂਦਾ ਹੈ ਉਹ ਤੰਗ ਕਰਦਾ ਹੈਗਾ। ਸੋ ਇੰਨੇ ਜਿੰਨੇ ਵੀ ਦੋਸਤ ਸਾਨੂੰ ਜੇ ਤੁਸੀਂ ਤੁਹਾਡਾ ਤਾਲੁਕ ਟ੍ਰੇਡ ਦੇ ਨਾਲ ਹੈਗਾ, ਤੁਸੀਂ PNPs ਦੀਆਂ ਆਪਸ਼ਨ ਡਿਸਕਸ ਕਰਨਾ ਚਾਹੁੰਦੇ ਹੋ, ਤੁਹਾਡਾ ਜਿਹੜਾ ਫੀਲਡ ਹੈਗਾ ਉਹ ਹੈਲਥ ਸਰਵਿਸ ਨਾਲ ਰਿਲੇਟਡ ਹੈਗਾ, ਤੁਸੀਂ ਨਰਸ ਹੈਗੇ ਹੋ, ਤੁਸੀਂ ਕੁਕ, ਤੁਸੀਂ ਡਾਕਟਰਸ ਹੈਗੇ ਹੋ, ਫਿਜ਼ੀਸ਼ੀਅਨਸ ਹੈਗੇ ਹੋ, ਡੈਂਟਿਸਟ ਹੈਗੇ ਹੋ, ਤੁਹਾਡੇ ਵਾਸਤੇ देयर आर ਆਪਸ਼ਨਸ, ਬਟ ਯੂ ਸ਼ੁੱਡ ਬੀ ਰੈਡੀ ਟੂ ਐਕਸਪਲੋਰ ਕਿ ਕਿਹੜਾ PNP ਤੁਹਾਡੇ ਵਾਸਤੇ ਅੱਜ ਬੈਸਟ ਵਰਕ ਕਰ ਰਿਹਾ ਹੈ। ਗੱਲ ਕਰਾਂਗੇ ਇਹਦੇ ਬਾਰੇ, ਸਾਡੇ ਨਾਲ ਦਰਸ਼ਕ ਜੁੜ ਗਏ ਨੇ। ਸਤਿ ਸ੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਉਹਨਾਂ ਨੇ ਸਾਨੂੰ ਸਾਲ ਦਾ ਸੈਂਡ ਕਰਕੇ ਭੇਜਤਾ ਅਗਲੇ ਸਾਲ ਅਕਤੂਬਰ 2023 ਤੱਕ, ਤੇ ਉਹਦੇ ਚ ਇੱਕ ਲਿਖਿਆ ਨੇ ਕੇਸ ਟਾਈਪ 10, ਇੱਕ ਲਿਖਿਆ ਹੈ ਉਹਨਾਂ ਨੇ ਕਿ ਟੈਂਪਰੇਰੀ ਸਟੇਟਸ ਮੇਨਟੇਨ ਐਜ਼ ਪਰ 183 ਬ੍ਰੈਕਟ 6। ਇਹਦਾ ਮਤਲਬ ਕੇਸ ਟਾਈਪ 10 ਤੇ ਮਤਲਬ ਲੈ ਸਕਦੇ ਸਤੰਬਰ 2023 ਤੱਕ। ਮੈਂ ਪੁੱਛਣਾ ਸੀ ਫਿਰ ਅਕਤੂਬਰ 2023 ਤੱਕ। ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ, ਤੁਸੀਂ ਪ੍ਰੋਗਰਾਮ 'ਚ ਕਾਲ ਕੀਤੀ ਹੈ ਜੀ ਸਰ। ਜੇ ਉਹਨਾਂ ਦੇ ਐਕਸਟੈਂਸ਼ਨ ਜਿਹੜੀ ਆਈ ਹੈ ਪਰਮਿਟ ਦੇ ਉੱਤੇ ਆ ਲਿਖਿਆ ਹੋਇਆ ਹੈ, ਐਬਸੋਲੂਟਲੀ ਤੁਸੀਂ ਰਹਿ ਸਕਦੇ ਹੋ, ਬਟ ਸਟਿਲ ਬੈਟਰ ਹੈਗਾ ਕਿ ਤੁਸੀਂ ਉਹ ਕਾਪੀ ਸਾਡੇ ਨਾਲ ਸ਼ੇਅਰ ਕਰ ਲੈਣਾ, ਐਂਡ ਆਈ ਵਿਲ ਗੋ ਥਰੂ ਇਟ ਐਂਡ ਸੁਜੈਸਟ ਯੂ ਕਿ ਕੀ ਤੁਹਾਨੂੰ ਕਰਨਾ ਚਾਹੀਦਾ ਹੈ। ਫਿਜ਼ੀਸ਼ੀਅਨਸ ਦੇ ਬਾਰੇ ਵੀ ਮੈਂ ਪੜ੍ਹ ਰਹੀ ਸੀ ਕਿ ਫਿਜ਼ੀਸ਼ੀਅਨਸ ਨੂੰ ਵੀ ਹੁਣ ਕਿਹਾ ਗਿਆ, ਡਾਕਟਰਸ ਹੋਣ, ਫਿਜ਼ੀਸ਼ੀਅਨਸ ਹੋਣ, ਕਿ ਉਹਨਾਂ ਦੀ PR ਦਾ ਰਸਤਾ ਵੀ ਬਹੁਤ ਸੁਖਾਲਾ ਕੀਤਾ ਜਾ ਰਿਹਾ ਹੈ। ਬਿਲਕੁਲ ਤਰਨ ਜੀ, ਅੱਜ ਦੀ ਤਰੀਕ ਦੇ ਵਿੱਚ ਪੈਂਡੈਮਿਕ ਨੇ ਇਹ ਦਿਖਾਤਾ ਕਿ ਹੈਲਥ ਸਰਵਿਸਿਜ਼ ਦੇ ਵਿੱਚ ਅਸੀਂ ਡਰਾਸਟਿਕਲੀ ਸ਼ਾਰਟ ਹੈਗੇ ਹਾਂ। ਅਸੀਂ ਨਰਸਿਸ ਦੀ ਗੱਲ ਕਰ ਲਈਏ, ਅਸੀਂ ਕੇਅਰ ਗਿਵਰਸ ਦੀ ਗੱਲ ਕਰ ਲਈਏ, ਅਸੀਂ ਆਰਡਲੀਜ਼ ਦੀ ਗੱਲ ਕਰ ਲਈਏ, ਅਸੀਂ ਡਾਕਟਰਸ ਫਿਜ਼ੀਸ਼ੀਅਨਸ ਦੀ ਗੱਲ ਕਰ ਲਈਏ, ਅਸੀਂ ਡੈਂਟਿਸਟ ਦੀ ਗੱਲ ਕਰ ਲਈਏ, ਅਸੀਂ ਆਪਥੋਮੋਲੋਜਿਸਟ ਦੀ ਗੱਲ ਕਰ ਲਈਏ, ਅਸੀਂ ਸਰਜਨਸ ਦੀ ਗੱਲ ਕਰ ਲਈਏ, ਜਿੰਨੀ ਵੀ ਸਪੈਸ਼ਲਾਈਜ਼ਡ ਅੱਗੇ ਵਧੀ ਜਾਵਾਂਗੇ ਸਾਡੇ ਕੋਲ ਕੈਨੇਡਾ ਦੇ ਵਿੱਚ ਉਨੀਆਂ ਸ਼ਾਰਟੇਜਸ ਹੈਗੀਆਂ। ਸੋ ਬਹੁਤ ਸਾਰੇ ਪ੍ਰੋਗਰਾਮਸ ਆਉਣ ਵਾਲੇ ਕੁਝ ਇੱਕ ਮਹੀਨਿਆਂ ਦੇ ਵਿੱਚ ਇਹੋ ਜਿਹੇ ਵੀ ਇੰਪਲੀਮੈਂਟ ਕੀਤੇ ਜਾਣਗੇ ਜਿਹਦੇ ਵਿੱਚ ਇਹਨਾਂ ਟ੍ਰੇਡਸ ਦੇ ਵਿੱਚ ਪਰਮਨੈਂਟ ਰੈਜ਼ੀਡੈਂਸੀ ਫਾਸਟਰ ਹੋਏਗੀ ਅੰਡਰ PNPs, ਐਂਡ ਹੋ ਸਕਦਾ ਐਕਸਪ੍ਰੈਸ ਐਂਟਰੀ ਦੀ ਜਿਹੜੀ ਚੇਂਜਸ ਆ ਰਹੀਆਂ ਉਹਦੇ ਵਿੱਚ ਵੀ ਇਹ ਆਕੂਪੇਸ਼ਨਸ ਸਿਗਨੀਫੀਕੈਂਟ ਬੈਨੀਫਿਟ ਲੈ ਕੇ ਆਉਣ। ਜੀ ਬਿਲਕੁਲ, ਤੇ ਇਹਦੇ ਨਾਲ ਥੋੜੀ ਆਪਾਂ ਵਰਕ ਪਰਮਿਟ ਦੇ ਬਾਰੇ ਵਿੱਚ ਵੀ ਗੱਲਬਾਤ ਕਰ ਲਈਏ। ਸੋ ਕਹਿੰਦੇ ਸਿਗਨੀਫੀਕੈਂਟ ਜਿਹੜਾ ਬੈਨੀਫਿਟ ਮਿਲ ਸਕਦਾ ਵਰਕ ਪਰਮਿਟ ਤੋਂ, ਇਹ ਕਿੱਦਾਂ ਮਿਲ ਸਕਦਾ ਹੈ? ਤਰਨ, ਇੰਟਰਨੈਸ਼ਨਲ ਮੋਬਿਲਿਟੀ ਸਟਰੀਮ ਇੱਕ ਐਗਜ਼ਿਸਟ ਕਰਦੀ ਹੈ ਜਿਹਦੇ ਵਿੱਚ LMIA ਦੀ ਰਿਕੁਆਇਰਮੈਂਟਸ ਨਹੀਂ ਹੁੰਦੀਆਂ। ਐਸ ਇਹ LMIA ਐਗਜ਼ੈਂਪਟ ਵਰਕ ਪਰਮਿਟਸ ਹੁੰਦੇ ਨੇ, ਬਟ ਉਹਦੇ ਵਿੱਚ ਸਿਗਨੀਫੀਕੈਂਟ ਬੈਨੀਫਿਟ ਦੇਖਿਆ ਜਾਂਦਾ ਆ ਕਿ ਇਹਨਾਂ ਦੇ ਵਰਕ ਪਰਮਿਟ ਲੈ ਕੇ ਕੈਨੇਡਾ ਆਉਣ ਦੇ ਵਿੱਚ ਕੈਨੇਡਾ ਨੂੰ ਕੀ ਬੈਨੀਫਿਟ ਹੋ ਰਿਹਾ, ਤੇ ਉਹਦਾ ਜਿਹੜਾ ਆਫੀਸਰ ਹੁੰਦਾ ਆ ਹੀ ਇਜ਼ ਦਾ ਬੈਸਟ ਵਨ ਟੂ ਮੇਕ ਅ ਡਿਸੀਜਨ ਔਨ ਦਿਸ। ਸੋ ਉਹ ਦੇਖਦੇ ਨੇ ਕਿ ਇਹਦਾ ਇੰਪੈਕਟ ਪੋਜ਼ਿਟਿਵ ਕੀ ਹੈਗਾ, ਨੈਗੇਟਿਵ ਇੰਪੈਕਟ ਕੀ ਹੈਗਾ। ਸੋ ਕਿਉਂਕਿ ਕਦੀ ਵੀ ਕੋਈ ਐਪਲੀਕੈਂਟ LMIA ਐਗਜ਼ੈਂਪਟ ਤੋਂ ਆਏਗਾ, ਸੋ ਆਫੀਸਰ ਦੇ ਕੋਲ ਡਿਸੀਜਨ ਮੇਕਿੰਗ ਪਾਵਰ ਚਲੀ ਜਾਂਦੀਆਂ ਹੈਗੀਆਂ। ਸੋ ਉਹਨਾਂ ਨੇ ਡਿਸਾਈਡ ਕਰਨਾ ਹੈ ਕਿ ਇਹਦਾ ਬੈਨੀਫਿਟ ਕੀ ਹੋ ਰਿਹਾ, ਇਹਦਾ ਨੁਕਸਾਨ ਕੀ ਹੋ ਰਿਹਾ। ਨੁਕਸਾਨ ਉਹਨਾਂ ਨੇ ਦੇਖਣਾ ਕਿ ਇਹਨਾਂ ਦੇ ਆਉਣ ਦੇ ਨਾਲ ਕਿਤੇ ਵਰਕਫੋਰਸ ਸ਼ਾਰਟੇਜਸ ਦੇ ਜਿਹੜੀਆਂ ਉੱਥੇ ਯੂਨੀਅਨਸ ਹੈਗੀਆਂ ਉਹ ਤੇ ਨਹੀਂ ਅਫੈਂਡ ਹੁੰਦੀਆਂ ਪਈਆਂ। ਇਹ ਆਕੂਪੇਸ਼ਨ ਪਹਿਲੀ ਕਿਤੇ ਐਕਸੈਸ ਡਿਮਾਂਡ ਦੇ ਵਿੱਚ ਤਾਂ ਨਹੀਂ ਬੈਠਾ, ਐਪਲੀਕੈਂਟਸ ਪਹਿਲੇ ਹੀ ਜ਼ਿਆਦਾ ਹੋਣ। ਸੋ ਆਹ ਸਾਰੀਆਂ ਨੂੰ ਚੀਜ਼ਾਂ ਨੂੰ ਵੇ ਕਰਕੇ ਅਸੀਂ ਵੈਲਕਮ। ਬਿਲਕੁਲ, ਸਤਿ ਸ੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਤਿ ਸ੍ਰੀ ਅਕਾਲ ਜੀ, ਅਸੀਂ ਨਾ ਅਲਬਰਟਾ ਤੋਂ ਬੋਲਦੇ ਆ। ਹਾਂਜੀ, ਸਾਡੇ ਲੜਕੇ ਨੂੰ 1 ਸਾਲ ਤੋਂ ਉੱਪਰ ਹੋ ਗਿਆ ਕੰਮ ਘਰਾਂ ਦਾ ਕਰਦੇ, ਕੰਸਟਰਕਸ਼ਨ ਦਾ ਮਿਸਤਰੀ ਆਈ ਸਟੱਕੋ ਦਾ, ਤੇ ਇਹਦੇ 4.5 ਬੈਂਡ ਨੇ ਇਹਦੇ ਕੋਲ, ਵੀ ਇਹ ਐਕਸਪ੍ਰੈਸ ਲਾ ਸਕਦਾ ਜਾਂ ਕਿੰਨੇ ਤੋਂ ਘੱਟ ਕਿੰਨੇ ਬੈਂਡ ਨਾਲ ਲਾ ਸਕਦਾ? ਜੀ 4 ਨਾਲ ਜਾਂ 4.5 ਨਾਲ ਵੀ ਇਹ ਐਕਸਪ੍ਰੈਸ ਲਾ ਸਕਦਾ ਜਾਂ ਕਿੱਦਾਂ? ਤੁਸੀਂ ਇਹ ਦੱਸਿਓ। ਕੁਝ ਪੁੱਛਣਾ ਤਾਂ ਨਹੀਂ? ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ, ਤੁਸੀਂ ਕਾਲ ਕੀਤੀ ਪ੍ਰੋਗਰਾਮ ਦੇ ਵਿੱਚ। ਸਤਿ ਸ੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਅਸੀਂ ਸਰੀ ਤੋਂ ਬੋਲਦੇ ਹੈਗੇ। ਹਾਂਜੀ, ਸਾਡਾ ਮੈਨੂੰ ਦੱਸਿਆ ਜੀ, ਮੇਰਾ ਸਵਾਲ ਸੀਗਾ ਲੋਟਰੀ ਸਿਸਟਮ ਜੋ ਆਉਂਦਾ ਉਹ ਕਿਹੜੇ ਮਹੀਨੇ ਦੇ ਵਿੱਚ ਆਉਂਦਾ ਹੈ? ਲੋਟਰੀ ਸਿਸਟਮ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ, ਤੁਸੀਂ ਪ੍ਰੋਗਰਾਮ 'ਚ ਕਾਲ ਕੀਤੀ ਹੈ। ਪਹਿਲਾਂ ਜਿਨ੍ਹਾਂ ਨੇ ਕਿਹਾ ਕਿ ਕੰਸਟਰਕਸ਼ਨ ਦਾ ਵਰਕ ਕਰਦਾ ਉਹਨਾਂ ਦਾ ਬੇਟਾ ਤੇ 4.5 ਬੈਂਡ ਨੇ। ਬਿਲਕੁਲ ਜੀ, ਜੇ ਕੰਸਟਰਕਸ਼ਨ ਲੇਬਰ ਕੰਸਟਰਕਸ਼ਨ ਹੈਲਪਰ ਦੇ ਤੌਰ ਤੇ ਕੰਮ ਕਰ ਰਹੇ ਨੇ ਤਾਂ ਸਿਰਫ PNP ਦੇ ਵਿੱਚ ਆਪਸ਼ਨ ਐਗਜ਼ਿਸਟ ਕਰਦੀਆਂ। ਉਹ ਵੀ ਉਹਨਾਂ ਨੂੰ ਦੇਖਣਾ ਪਏਗਾ ਕਿ EMPLOYER ਰਿਕੁਆਇਰਮੈਂਟਸ ਮੀਟ ਕਰ ਰਿਹਾ, ਉਹ ਰਿਕੁਆਇਰਮੈਂਟਸ ਮੀਟ ਕਰ ਰਹੇ ਨੇ, ਐਂਡ ਜੇ ਉਹਨਾਂ ਦੀ ਐਜੂਕੇਸ਼ਨ ਗ੍ਰੇਡ 12 ਹੈਗੀ ਹੈ, 4.5 ਬੈਂਡਸ ਹੈਗੇ ਨੇ, ਤੇ ਓਨੈਸਟਲੀ ਜੇ ਪੁੱਛੋਗੇ ਤੇ ਉਹਨਾਂ ਦੀ ਪਰਮਾਨੈਂਟ ਰੈਜ਼ੀਡੈਂਸੀ ਥੋੜੀ ਜੀ ਮੁਸ਼ਕਲ ਨਜ਼ਰ ਆ ਰਹੀ ਹੈਗੀ ਮੈਨੂੰ। ਬਟ ਫਿਰ ਵੀ ਤੁਸੀਂ ਹੋਰ
ਥੋਰੋ ਅਸੈਸਮੈਂਟ ਚਾਹੁੰਦੇ ਹੋ ਤੇ ਸਾਨੂੰ ਸਾਡੇ ਆਫਿਸ ਦੇ ਵਿੱਚ ਜਾਂ ਈਵਨ ਸਰੀ ਦੇ ਵਿੱਚ ਤੁਸੀਂ BC ਤੋਂ ਕਾਲ ਕਰਦੇ ਪਏ, ਬਹੁਤ ਸਾਰੇ ਕਾਬਲ ਕੰਸਲਟੈਂਟਸ ਲਾਇਰਸ ਉੱਥੇ ਬੈਠੇ ਨੇ, ਉਹਨਾਂ ਕੋਲ ਜਾ ਕੇ ਆਪਣੀ ਆਪਸ਼ਨਸ ਡਿਸਕਸ ਕਰੋ। ਜਿਹੜੇ ਕੰਸਲਟੈਂਟ ਲਾਇਰ ਨੇ ਤੁਹਾਨੂੰ ਹੈਲਪ ਕੀਤੀ ਸੀਗੀ ਤੁਹਾਡਾ ਵਰਕ ਪਰਮਿਟ ਲੈਣ ਵਾਸਤੇ, ਉਹਨਾਂ ਕੋਲ ਬੈਠ ਕੇ ਆਪਸ਼ਨਸ ਡਿਸਕਸ ਕਰੋ। ਜੇ ਫਿਰ ਵੀ ਤੁਹਾਨੂੰ ਕੋਈ ਕਨਫਿਊਜ਼ਨ ਹੋਵੇ ਤਾਂ ਯੂ ਕੈਨ ਆਲਵੇਜ਼ ਕੰਟੈਕਟ ਆਵਰ ਆਫਿਸ ਐਂਡ ਅਸੀਂ ਤੁਹਾਨੂੰ ਗਾਈਡ ਕਰ ਸਕਦੇ ਹਾਂ ਜੀ। ਹਾਂਜੀ, ਇਸ ਤੋਂ ਬਾਅਦ ਸਰੀ ਤੋਂ ਕਾਲ ਆਈ ਸੀ ਜਿਨ੍ਹਾਂ ਨੇ ਕਿਹਾ ਸੀ ਕਿ ਜਿਹੜਾ ਕਦੋਂ ਤੱਕ ਆ ਸਕਦਾ ਨੈਕਸਟ ਡ੍ਰੌਪ ਪੇਰੈਂਟਸ ਦਾ? ਜੀ ਅਕਤੂਬਰ ਦੇ ਵਿੱਚ, ਇਸੇ ਮਹੀਨੇ ਦੇ ਵਿੱਚ ਅਪਡੇਟਸ ਐਕਸਪੈਕਟਡ ਹੈਗੀਆਂ ਐਂਡ ਹੋਪਫੁਲੀ ਵੀ ਵਿਲ ਹੀਅਰ ਇਨ ਨੈਕਸਟ ਫਿਊ ਡੇਜ਼। ਬਿਲਕੁਲ। ਤੇ ਸਰ ਆਪਾਂ ਜਿਵੇਂ ਗੱਲਬਾਤ ਕਰ ਰਹੇ ਸੀ ਇਸ ਤੋਂ ਪਹਿਲਾਂ ਵਰਕ ਪਰਮਿਟ ਦੇ ਬਾਰੇ ਵਿੱਚ, ਸੋ LMIA ਐਗਜ਼ੈਂਪਟ ਵਰਕ ਪਰਮਿਟ, ਇਹਦਾ ਕੀ ਪੂਰਾ ਕ੍ਰਾਈਟੇਰੀਆ ਹੋ ਸਕਦਾ, ਕਿਵੇਂ ਇਹ ਐਪਲੀਕੇਸ਼ਨ ਪ੍ਰੋਸੈਸ ਹੁੰਦੀ ਹੈ, ਕਿਹੜੀ ਫੀਲਡ ਦੇ ਵਿੱਚ ਹੁੰਦੀ ਹੈ? ਕਰਨ ਇਹਦੇ ਵਿੱਚ ਕਾਫੀ ਸਾਰੇ ਫੀਲਡਸ ਹੋ ਸਕਦੇ ਨੇ, ਬਟ ਅਗੇਨ ਅਸੀਂ ਬੈਨੀਫਿਟ ਦੇਖਣਾ ਹੈ ਕਿ ਕੈਨੇਡਾ ਨੂੰ, ਆਫੀਸਰ ਨੇ ਦੇਖਣਾ ਕਿ ਕੈਨੇਡਾ ਨੂੰ ਇਕਨੋਮਿਕਲੀ ਕੀ ਬੈਨੀਫਿਟ ਹੋ ਰਿਹਾ, ਉਹਦਾ ਨੁਕਸਾਨ ਕੀ ਹੋ ਰਿਹਾ ਤੇ ਬੈਨੀਫਿਟ ਕੀ ਹੋ ਰਿਹਾ, ਉਹਨੇ ਦੋਨੋਂ ਵੇ ਕਰਨੇ ਨੇ। ਕਲਚਰਲ ਬੈਨੀਫਿਟਸ ਕੀ ਹੈਗੇ ਨੇ, ਇਕਨੋਮਿਕ ਬੈਨੀਫਿਟਸ ਕੀ ਹੈਗੇ ਨੇ ਐਂਡ ਸੋਸ਼ਲ ਬੈਨੀਫਿਟਸ ਇਹਨਾਂ ਦੇ ਆਉਣ ਦੇ ਨਾਲ ਕੀ ਹੈਗੇ ਨੇ। ਸਪੋਜ਼ ਇਹਦੇ ਵਿੱਚ ਕਾਫੀ ਸਾਰੀ ਕੈਟਾਗਰੀਜ਼ ਤਰਨ ਜੀ ਫਾਲ ਕਰਦੀਆਂ, ਜਿਸ ਤਰ੍ਹਾਂ ਇੰਟਰਾ ਕੰਪਨੀ ਟ੍ਰਾਂਸਫਰ ਵੀ ਇਹਦੇ ਵਿੱਚ ਫਾਲ ਕਰਦੇ ਨੇ। ਸੋ ਇੰਟਰਾ ਕੰਪਨੀ ਦੇ ਵਿੱਚ ਜੇ ਤੁਸੀਂ ਆਪਣਾ ਬਿਜ਼ਨਸ ਐਕਸਪੈਂਸ਼ਨ ਦੇ ਵਿੱਚ ਕੈਨੇਡਾ ਆ ਰਹੇ ਹੋ ਤੇ ਤੁਸੀਂ ਇਸ ਕੈਟਾਗਰੀ ਦਾ ਫਾਇਦਾ ਚੱਕਦੇ ਹੋ ਇੰਟਰਾ ਕੰਪਨੀ ਦਾ, ਬਟ ਦਿਸ ਫਾਲਸ ਅੰਡਰ ਦਾ ਸਿਗਨੀਫੀਕੈਂਟ ਬੈਨੀਫਿਟ ਵਰਕ ਪਰਮਿਟ ਸਟ੍ਰੀਮ। ਸੋ ਇਹਦੇ ਨਾਲ ਨਾਲ ਇਹਨੂੰ ਅਸੀਂ ਸ਼ਾਰਟ ਫਾਰਮ ਦੇ ਵਿੱਚ ਸਿਗਨੀਫੀਕੈਂਟ ਬੈਨੀਫਿਟ ਕਹਿ ਲੈਂਦੇ ਹੈਗੇ, ਬਟ ਅਦਰਵਾਈਜ਼ ਆ ਇੰਟਰਾ ਕੰਪਨੀ ਦੇ ਵਿੱਚ ਫਾਲ ਕਰਦਾ ਹੈਗਾ ਤੇ ਇੰਟਰਨੈਸ਼ਨਲ ਮੋਬਿਲਿਟੀ ਸਟ੍ਰੀਮ ਦੇ ਵਿੱਚ ਫਾਲ ਕਰਦਾ। ਹੁਣ ਇਸੇ ਤਰ੍ਹਾਂ ਬਹੁਤ ਸਾਰੇ ਟੀਵੀ ਆਰਟਿਸਟ, ਬਹੁਤ ਸਾਰੇ ਫਿਲਮ ਆਰਟਿਸਟ ਹੈਗੇ ਨੇ, ਫਿਲਮ ਮੇਕਰਸ ਹੈਗੇ ਨੇ, ਜਿਨ੍ਹਾਂ ਦਾ ਬੈਨੀਫਿਟ ਕੈਨੇਡਾ ਨੂੰ ਹੋ ਸਕਦਾ ਹੈ। ਜਿਸ ਤਰ੍ਹਾਂ ਇੰਟਰਨੈਸ਼ਨਲ ਪਲੇਅਰਸ ਹੈਗੇ ਨੇ, ਐਥਲੀਟਸ ਹੈਗੇ ਨੇ, ਉਹਨਾਂ ਦਾ ਬੈਨੀਫਿਟ ਵੀ ਹੋ ਸਕਦਾ ਬਿਕੋਜ਼ ਉਹ ਆਪਣੇ ਸਕਿੱਲਸ ਲਿਆ ਕੇ ਆਖੇ ਇੱਥੇ ਅਕੈਡਮੀ ਸ਼ੁਰੂ ਕਰ ਸਕਦੇ ਨੇ। ਸੋ ਉਹ ਵੀ ਇਸ ਕੈਟਾਗਰੀ ਦੇ ਵਿੱਚ ਫਾਲ ਕਰ ਸਕਦੇ ਨੇ। ਸੋ ਐਂਟਰਪ੍ਰੀਨਿਓਰਸ ਵੀ ਇਹਦੇ ਵਿੱਚ ਜਾ ਸਕਦੇ ਨੇ, ਇਹਦੇ ਵਿੱਚ ਸੈਲਫ ਏਮਪਲੋਇਡ ਵੀ ਜਾ ਸਕਦੇ ਨੇ। ਸੋ ਕਾਫੀ ਇਹ ਲਿਸਟ ਕਾਫੀ ਵੱਡੀ ਹੈਗੀ ਹੈ। ਬਟ ਅਗੇਨ ਜੇ ਤੁਸੀਂ ਮੈਨੂੰ ਪਰਸਨਲੀ ਗੱਲ ਕਰੋਗੇ ਤੇ ਮੈਂ ਬੜਾ ਹੀ ਕੈਲਕੂਲੇਟਿਵ ਹੋ ਕੇ ਇਸ ਕੈਟਾਗਰੀ ਦੇ ਕੇਸਿਸ ਪਿਕ ਕਰਦਾ, ਜਿਹਦੇ ਚ ਮੈਨੂੰ ਲੱਗਦਾ ਹੈਗਾ ਕਿ ਇਹ ਥਰੂ ਹੁੰਦੇ ਇਹਨਾਂ ਦੇ ਚਾਂਸਸ ਓਵਰ 90% ਹੈਗੇ। ਦੈਟਸ ਵਾਟ ਵੀ ਪਿਕ ਅਪ। ਹਰ ਆਕੂਪੇਸ਼ਨ ਪਿਕ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਬਿਕੋਜ਼ ਤੁਹਾਨੂੰ ਜਸਟੀਫਾਈ ਕਰਨਾ ਪੈਣਾ ਆ ਆਫਿਸਰ ਨੂੰ ਕਿ ਵਾਈ ਆਈ ਐਮ ਡੂਇੰਗ ਦਿਸ। ਸੋ ਉਹ ਜਿੰਨੀ ਅੱਛੀ ਤਰ੍ਹਾਂ ਜਸਟੀਫਾਈ ਹੋਗਾ, ਜੇ ਉਹ ਬਿਜ਼ਨਸ ਐਕਸਪੈਂਸ਼ਨ ਦੇ ਵਿੱਚ ਆ ਰਿਹਾ, ਐਬਸੋਲੂਟਲੀ ਇਟ ਵਿਲ ਵਰਕ, ਨੋ ਇਸ਼ੂਜ਼ ਆਸਕਡ। ਜੀ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ, ਹਾਂਜੀ ਹਾਂਜੀ ਜੀ, ਅਸੀਂ ਬੋਲ ਰਹੇ ਹਾਂ ਵਿਨੀਪੈਗ ਤੋਂ। ਹਾਂਜੀ ਹਾਂਜੀ, ਤੇ ਸਤਿ ਸ੍ਰੀ ਅਕਾਲ ਮੈਡਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਦੱਸੋ ਕੀ ਸਵਾਲ ਹੈ? ਸਵਾਲ ਸਾਡਾ ਇਹ ਹੈ, ਦੂਜਾ ਅਸੀਂ ਨਾ ਸਾਡੇ ਦੂਜਾ ਮੇਰੇ ਮਾਸੀ ਦੇ ਬੇਟੇ ਦੀ ਫੈਲ ਆਈ ਸੀਗੀ 2019 ਦੇ ਵਿੱਚ ਜੀ। ਹਾਂਜੀ, ਉਹਦਾ ਹੱਲ ਕੀਤਾ ਹੋਇਆ ਉਹ, ਮਤਲਬ ਮੈਂ ਪੰਜਾਬੀ ਦੇ ਵਿੱਚ ਤੁਹਾਨੂੰ ਸਮਝਾਉਂਦੀ ਹਾਂ। ਹਾਂਜੀ ਹਾਂਜੀ, ਪੰਜਾਬੀ ਚ ਹੀ ਸਮਝਾਓ, ਅਸੀਂ ਪੰਜਾਬੀ ਪ੍ਰੋਗਰਾਮ ਕਰ ਰਹੇ ਹਾਂ, ਦੱਸੋ ਕੀ ਪੁੱਛਣਾ ਚਾਹੁੰਦੇ ਹੋ? ਤੇ ਉਹਦਾ ਉਹ ਕੀਤਾ ਹੋਇਆ ਵਾ ਆਪਣਾ ਵੈਟਰਨਰੀ ਦਾ, ਮਤਲਬ ਉਹਦੇ ਹਸਪੀਟਲ 'ਚ ਜੌਬ ਕਰਦਾ ਉੱਥੇ। ਹਾਂਜੀ, ਤੇ ਉਹਦਾ ਆਇਆ 7.5 ਬੈਂਡ ਆਏ ਹੋਏ ਆ। ਓਕੇ। ਤੇ ਉਹਦੀ ਫੈਲ ਲੱਗੀ ਨੂੰ ਹੁਣ 3.5 ਸਾਲ ਹੋ ਗਏ ਤੇ ਹਜੇ ਤੱਕ ਉਹਦਾ ਕੋਈ ਨਹੀਂ ਮਿਲਿਆ ਹੈਗਾ ਸਾਨੂੰ ਜੀ। ਓਕੇ, 3 ਸਾਲ 3.5 ਸਾਲ ਹੋ ਗਏ ਜੀ। ਆਪਾਂ ਟੀਵੀ ਸਕਰੀਨ ਤੇ ਆਂਸਰ ਤੁਸੀਂ ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ। ਨੈਕਸਟ ਕਾਲਰ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਪੁੱਛਣਾ ਚਾਹੁੰਦੇ ਹੋ? ਹੈਲੋ, ਹਾਂਜੀ, ਫੋਨ ਨੰਬਰ 3341, ਕਿੱਥੋਂ ਬੋਲ ਰਹੇ ਹੋ ਤੁਸੀਂ, ਕੀ ਸਵਾਲ ਹੈ ਤੁਹਾਡਾ? ਮਾਫੀ ਚਾਹਾਂਗੇ ਜੀ, ਸ਼ਾਇਦ ਤੁਸੀਂ ਸਾਨੂੰ ਟੀਵੀ ਸਕਰੀਨ ਤੇ ਸੁਣ ਰਹੇ ਹੋ, ਪਹਿਲਾਂ ਜਿਨ੍ਹਾਂ ਨੇ ਹੁਣੇ ਵੈਟਰਨਰੀ ਦੀ ਆਪਦੇ ਬੇਟੇ ਦੀ ਆਪਸ਼ਨਸ ਦੱਸੀਆਂ ਸੀਗੀਆਂ। ਜੀ ਬਿਲਕੁਲ, ਜਿਹੜੇ ਵੈਟਰਨਰੀ ਡਾਕਟਰਸ ਹੈਗੇ ਨੇ, ਜੇ ਤੁਹਾਡੇ ਨੈਫਿਊ ਨੇ BBSc ਵੈਟਰਨਰੀ ਡਾਕਟਰ ਹੈਗੇ ਨੇ ਤੇ ਐਕਸਪੀਰੀਅੰਸ ਵੀ ਹੈਗਾ, 7.5 ਬੈਂਡਸ ਹੈਗੇ ਨੇ। ਸੋ ਬੇਸਿਕਲੀ ਉਹਨਾਂ ਦੇ ਪੁਆਇੰਟਸ ਹੋ ਸਕਦਾ 429 ਜਾਂ ਉਸ ਤੋਂ ਘੱਟ ਹੋਣ। ਸੋ ਐਕਸਪ੍ਰੈਸ ਐਂਟਰੀ ਦੇ ਵਿੱਚ ਡਰਾਜ਼ ਹੀ 467 ਤੋਂ ਥੱਲੇ ਨਹੀਂ ਗਏ, ਸੋ ਪਿਕ ਕਿੱਥੋਂ ਹੋਣੀ ਸੀਗੀ ਫਾਈਲ। ਸੋ ਉਹ ਸੀਗਾ, ਉਸ ਤੋਂ ਬਾਅਦ 10 12 14 ਮਹੀਨੇ ਤਾਂ ਐਪਲੀਕੇਸ਼ਨਸ ਡਰਾਜ਼ ਵੀ ਪਿਕ ਨਹੀਂ ਹੋਏ। ਸੋ ਇੱਕ ਹੋਰ ਚੀਜ਼ ਹੈਗੀ। ਸੋ ਤੁਸੀਂ ਕਿਸੇ ਕੰਸਲਟੈਂਟ ਲਾਇਰ ਨਾਲ ਉਹਨਾਂ ਦਾ ਕੇਸ ਡਿਸਕਸ ਕਰੋ ਐਂਡ ਸੀ ਕਿ ਕਿਹੜੀਆਂ ਆਪਸ਼ਨਸ ਉਹਨਾਂ ਵਾਸਤੇ ਪ੍ਰੈਕਟੀਕਲੀ ਵਰਕ ਕਰ ਸਕਦੀਆਂ ਹੈਗੀਆਂ। ਇਕੱਲਾ ਕੇਸ ਲਗਾਉਣ ਇਜ਼ ਨਾਟ ਐਨ ਆਬਜੈਕਟਿਵ। ਹਾਂ, ਹੁਣ ਜਿਹੜੇ ਚੇਂਜਸ ਇਮੀਗ੍ਰੇਸ਼ਨ ਦੇ ਵਿੱਚ ਆ ਰਹੇ ਨੇ, ਐਕਸਪ੍ਰੈਸ ਐਂਟਰੀ ਦੇ ਵਿੱਚ ਆ ਰਹੇ ਨੇ, ਇਟ ਮਾਈਟ ਬੀ ਦੈਟ ਕਿ ਉਹ ਪਿਕ ਹੋ ਜਾਵੇ। ਇੱਕ ਦੂਸਰੀ ਚੀਜ਼, ਤੁਸੀਂ ਆਪਣੇ ਜਿਹੜੇ ਲਾਇਰ ਕੰਸਲਟੈਂਟ ਜਿਹੜੇ ਏਜੰਟ ਤੋਂ ਐਪਲੀਕੇਸ਼ਨ ਲਗਾਈ ਹੋਈ ਹੈ, ਉਹਨਾਂ ਨੂੰ ਆਹ ਪੁੱਛਣਾ ਆ, ਕਿਉਂਕਿ ਪ੍ਰੋਫਾਈਲ ਨਾਰਮਲੀ 1 ਸਾਲ ਤੱਕ ਰਹਿੰਦਾ ਹੈਗਾ ਸਿਸਟਮ ਦੇ ਵਿੱਚ, ਉਸ ਤੋਂ ਬਾਅਦ ਇਟ ਗੈਟਸ ਅਬੈਂਡਨਡ। ਸੋ ਕਿਤੇ ਸਿਸਟਮ ਦੇ ਵਿੱਚ ਹੈਗਾ ਵੀ ਹੈਗੀ ਅੱਜ ਫਾਈਲ, ਕਿ ਸਿਸਟਮ ਚੋਂ ਬਾਹਰ ਹੋ ਚੁੱਕੀ ਹੈਗੀ। ਬਿਲਕੁਲ, ਆਪਾਂ ਵਾਪਸ ਆਪਣੇ ਟੌਪਿਕ ਤੇ
ਤੇ ਆਈਏ ਆਪਾਂ ਗੱਲ ਕਰ ਰਹੇ ਸੀਗੇ, ਤੁਸੀਂ ਕਿਹਾ ਕਿ ਇਹਦੇ ਵਿੱਚ ਕਾਫੀ ਜਿਹੜੀਆਂ ਨੇ ਕੈਟਾਗਰੀਜ਼ ਫਾਲ ਕਰਦੀਆਂ ਨੇ, ਪਰ ਡਿਪੈਂਡ ਕਰਦਾ ਹੈ ਕਿ ਕਿਹਦੇ ਜ਼ਿਆਦਾ ਚਾਂਸਸ ਹੈਗੇ ਨੇ। ਸੋ ਇਹਦੇ ਵਿੱਚ ਜੇਕਰ ਇਹ LMIA ਐਗਜ਼ੈਂਪਟ ਵਰਕ ਪਰਮਿਟ ਵਿਦ LMIA ਵਰਕ ਪਰਮਿਟ ਉਹਦੇ ਨਾਲੋਂ ਕਿਵੇਂ ਡਿਫਰੈਂਟ ਹੈ? ਤਰਨ ਜੀ LMI ਵਿਦ LMIA ਦੇ ਨਾਲ ਆਪਾਂ ਪਹਿਲੇ ਐਡਵਰਟਾਈਜ਼ਮੈਂਟ ਕਰਦੇ ਹੈਗੇ ਆ, EMPLOYER ਐਡਵਰਟਾਈਜ਼ਮੈਂਟ ਕਰਦਾ, ਉਸ ਤੋਂ ਬਾਅਦ ਉਹ ਜੇ ਉਹਨਾਂ ਨੂੰ ਲੋਕਲ ਕੈਂਡੀਡੇਟ ਇਹੋ ਜਿਹਾ ਨਹੀਂ ਮਿਲਦਾ ਜਿਹੜਾ ਉਹ ਪੋਜੀਸ਼ਨ ਨੂੰ ਫੁੱਲਫਿਲ ਕਰ ਸਕੇ ਤੇ ਉਹ ਐਪਲੀਕੇਸ਼ਨ ਆਪਣੀ ਸਰਵਿਸ ਕੈਨੇਡਾ ਦੇ ਕੋਲ ਭੇਜ ਦਿੰਦੇ ਨੇ। ਹੁਣ ਸਰਵਿਸ ਕੈਨੇਡਾ ਅਸੈਸ ਕਰਦੀ ਹੈਗੀ ਕਿ ਇਸ ਸਟਰੀਮ ਦੇ ਵਿੱਚ, ਇਸ ਕੈਟਾਗਰੀ ਦੇ ਵਿੱਚ, ਇਸ ਏਰੀਆ ਦੇ ਵਿੱਚ ਕਿੰਨੀਆਂ ਸ਼ਾਰਟੇजेस ਹੈਗੀਆਂ, ਕਿੰਨੇ ਲੋਕ EI ਲੈ ਕੇ ਬੈਠੇ ਨੇ। ਜੇ ਕੋਈ ਲੋਕ ਉਸੇ ਕੈਟਾਗਰੀ ਦੇ ਵਿੱਚ EMPLOYMENT ਇੰਸ਼ੋਰੈਂਸ ਲੋਕੀ ਲੈ ਕੇ ਕਾਫੀ ਜ਼ਿਆਦਾ ਬੈਠੇ ਹੋਣ, ਕਾਫੀ ਸਾਰਾ ਰੈਜ਼ੀਡੈਂਟਸ ਬੈਠੇ ਹੋਣ, ਤੇ ਆਫੀਸਰ ਕਹੇਗਾ ਆ ਤੇ ਦੇਣਾ ਬੰਦਾ ਹੀ ਨਹੀਂ ਹੈਗਾ। ਸੋ ਉਹ ਆਫੀਸਰ ਨੇ ਡਿਸੀਜਨ ਲੈਣਾ। ਸੋ ਇਨ ਕੇਸ ਉਹ ਡਿਸਾਈਡ ਕਰਦਾ ਕਿ ਯੈਸ ਇਸ ਕੈਟਾਗਰੀ ਦੇ ਵਿੱਚ ਸ਼ਾਰਟੇजेस ਹੈਗੀਆਂ, ਵੀ ਸ਼ੁੱਡ ਬੀ ਗਿਵਿੰਗ ਇਟ, ਤੇ ਉਹ EMPLOYER ਨਾਲ ਇੰਟਰਵਿਊ ਕਰਕੇ ਕਿ ਜੈਨੂਇਨ ਜੌਬ ਆਫਰ ਹੈਗੀ, ਉਹ ਸਾਰੀ ਵੈਰੀਫਿਕੇਸ਼ਨ ਕਰਕੇ ਹੀ ਅਪਰੂਵਸ LMIA। ਜਦੋਂ LMIA ਅਪਰੂਵ ਹੋ ਗਿਆ ਤੇ ਨਾਰਮਲੀ 2 ਸਾਲ ਦਾ ਜਾਂ 3 ਸਾਲ ਦਾ ਅੱਜ ਦੀ ਤਰੀਕ ਦੇ ਵਿੱਚ ਵਰਕ ਪਰਮਿਟ ਗ੍ਰਾਂਟ ਹੁੰਦਾ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹੈਲੋ, ਹਾਂਜੀ, ਫੋਨ ਨੰਬਰ 70743, ਕਿੱਥੋਂ ਬੋਲ ਰਹੇ ਹੋ ਜੀ, ਕੀ ਸਵਾਲ ਹੈ? ਹਾਂਜੀ ਮੈਡਮ, ਸਤਿ ਸ਼੍ਰੀ ਅਕਾਲ ਜੀ। ਮੈਡਮ ਇੰਡੀਆ ਤੋਂ, ਲੁਧਿਆਣੇ ਤੋਂ ਬੋਲਦੇ ਹਾਂ। ਹਾਂਜੀ ਮੈਡਮ ਮੈਨੂੰ ਦੱਤਾ ਸਰ ਨੂੰ ਪੁੱਛਣਾ ਸੀ ਜੀ, ਅਸੀਂ ਨਾ 2020 ਦੀ ਕੇਅਰ ਗਿਵਰ ਦੀ ਫਾਈਲ ਲਗਾਈ ਹੈ ਜੀ। ਤੇ ਮਤਲਬ ਜਿੱਦਾਂ ਕਹਿੰਦੇ ਸੀ ਨਾ ਵੀ ਪਬਲਿਕ ਪਾਲਿਸੀ ਚ ਫਾਈਲ ਆ ਵੀ 2020 ਵਾਲਿਆਂ ਦੀ, ਉਹਨਾਂ ਨੂੰ ਡਾਇਰੈਕਟ ਇਮੀਗ੍ਰੇਸ਼ਨ ਆਏਗੀ ਜੀ। ਜਿੱਦਾਂ ਹੁਣ ਟੈਲੀਗ੍ਰਾਮ ਤੇ ਕਈ ਗਰੁੱਪ ਨੇ, ਕਈ ਕਹਿੰਦੇ ਵੀ ਵਰਕ ਪਰਮਿਟ ਆਇਆ ਵੀ ਉਹਦਾ ਨਹੀਂ, ਉਹ ਮਤਲਬ ਕਨਫਰਮ ਕਰਨਾ ਵੀ ਡਾਇਰੈਕਟ ਇਮੀਗ੍ਰੇਸ਼ਨ ਆਏਗੀ ਜਾਂ ਵਰਕ ਪਰਮਿਟ ਆਏਗੀ। ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ ਤੁਹਾਡਾ? ਹੈਲੋ, ਹਾਂਜੀ, ਫੋਨ ਨੰਬਰ 47855, ਕਿੱਥੋਂ ਬੋਲ ਰਹੇ ਹੋ ਜੀ, ਕੀ ਸਵਾਲ ਹੈ ਤੁਹਾਡਾ? ਮਾਫੀ ਚਾਹਾਂਗੇ ਜੀ, ਸ਼ਾਇਦ ਤੁਸੀਂ ਸਾਨੂੰ ਟੀਵੀ ਤੇ ਸੁਣ ਰਹੇ ਹੋ। ਪਹਿਲਾਂ ਆਪਾਂ ਕੇਅਰ ਗਿਵਰਸ ਦਾ ਰਿਪਲਾਈ ਕਰ ਦਈਏ ਸਰ। ਓਕੇ, ਨੈਕਸਟ ਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਤਿ ਸ੍ਰੀ ਅਕਾਲ ਜੀ, ਮੈਂ ਅਸੀਂ ਜਿੱਦਾਂ ਸਾਰੀ ਤੋਂ ਬੋਲਦੇ ਹਾਂ, ਬਾਹਰ ਤੋਂ ਵੈਨਕੂਵਰ ਤੋਂ। ਹਾਂਜੀ, ਜਿੱਦਾਂ ਵਿੱਚ ਸਾਡਾ ਮੁੰਡਾ, ਵਹੁਟੀ ਸਾਡੀ ਇੱਥੇ ਆ ਗਈ, ਮੁੰਡਾ ਪੌਣੇ 2 ਸਾਲ ਦਾ ਇੱਥੇ ਰਿਹਾ ਵਾ, ਉਹ ਦੇਖੋ ਉਹਦਾ ਬਣਦਾ ਨਹੀਂ। ਵਕੀਲ ਕਹਿੰਦੀ ਮੈਂ ਸਿਟੀਜ਼ਨ ਦਾ ਭਰਿਆ ਵਾ, ਉਹ ਸੱਚੀ ਇੰਨਾ ਔਖਾ ਮੁੰਡਾ ਵਿਚਾਰਾ, ਇੱਧਰ ਤੇ ਮਾਂ ਇੱਧਰ, ਇੱਥੋਂ ਵੀ ਸਾਂਭਣੇ ਵਾਲਾ ਵੀ ਕੋਈ ਨਹੀਂ ਸੀਗਾ। ਤੁਹਾਨੂੰ ਸਮਝ ਆਈ ਸੀ ਸਵਾਲ ਦੀ? ਸਮਝ ਨਹੀਂ ਆਈ ਤੁਹਾਡੇ ਸਵਾਲ ਦੀ, ਤੁਸੀਂ ਕੀ ਪੁੱਛਣਾ ਚਾਹੁੰਦੇ ਹੋ? ਅਸੀਂ ਜਿੱਦਾਂ ਬੇਟੇ ਨੂੰ ਵਿਆਹ ਕੇ ਆਏ ਸੀਗੇ ਇੱਥੇ ਇੰਡੀਆ। ਠੀਕ ਹੈ ਜੀ। ਉਹ ਜਿੱਦਾਂ ਬੇਟਾ ਸਾਡਾ ਸਿਟੀਜ਼ਨ ਹੈ, ਜਿੱਦਾਂ ਫਿਰ ਉਹਦੇ ਵਹੁਟੀ ਦਾ ਕਾਕਾ ਹੋ ਗਿਆ ਇੱਧਰ, ਵਹੁਟੀ ਤਾਂ ਇੱਧਰ ਆ ਗਈ ਤੇ ਉਹਦਾ ਬੇਟੇ ਦਾ ਨਹੀਂ ਬੱਚੂ, ਜਿੱਦਾਂ ਕੁਛ ਹੀ ਪਤਾ ਲੱਗਦਾ ਹੁਣ। ਓਕੇ, ਬੇਟਾ ਉੱਥੇ ਇੰਡੀਆ ਦੇ ਵਿੱਚ ਉਹਨਾਂ ਦਾ ਤੇ ਹਸਬੰਡ ਵਾਈਫ ਹੈ, ਦੋਵੇਂ ਹਸਬੰਡ ਵਾਈਫ ਇੱਥੇ ਕੈਨੇਡਾ ਚ ਨੇ ਤੇ ਬੇਟਾ ਇੰਡੀਆ ਦੇ ਵਿੱਚ ਹੈ ਛੋਟਾ। ਅੱਜ ਬੇਟਾ ਮੇਰਾ ਸਿਟੀਜ਼ਨ ਹੈ ਤੇ ਵਹੁਟੀ ਦਾ ਵਿਆਹ ਕਰਕੇ ਆਏ ਤੇ ਫਿਰ ਵਕੀਲ ਕਹਿੰਦੀ ਮੈਂ ਸਿਟੀਜ਼ਨ ਦੇ ਪੇਪਰ ਭਰਨੇ ਉਹਦੇ ਮੁੰਡੇ ਦੇ। ਉਹ ਮੁੰਡਾ ਵਿਚਾਰਾ 2 ਸਾਲ, ਪੌਣੇ 2 ਸਾਲ ਦਾ ਵਕਤ, ਉਹਦਾ ਇੱਧਰ ਬਣਦਾ ਨਹੀਂ, ਸਾਨੂੰ ਕੁਛ ਨਹੀਂ ਪਤਾ ਲੱਗਦਾ ਉਹਦਾ। ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ ਜੀ ਸਰ। ਓਕੇ ਭੈਣ ਜੀ, ਪਹਿਲੀ ਗੱਲ, ਜਦੋਂ ਵੀ ਸਿਟੀਜ਼ਨਸ ਦਾ ਕੋਈ ਬੱਚਾ ਬਾਹਰ ਬੌਰਨ ਹੁੰਦਾ ਆ, ਉਹ ਟੈਕਨੀਕਲੀ ਕੈਨੇਡੀਅਨ ਪਾਸਪੋਰਟ ਲੈ ਸਕਦੇ ਨੇ। ਸੋ ਉਹਦੇ ਵਿੱਚ ਥੋੜੀ ਜੀ ਫਾਰਮੈਲਿਟੀ ਵਿਦਨ ਕੈਨੇਡਾ ਹੁੰਦੀ ਹੈ, ਛੋਟੇ ਜਿਹੇ ਡਾਕੂਮੈਂਟੇਸ਼ਨਸ ਵਿਦਨ ਕੈਨੇਡਾ ਹੁੰਦੇ ਤੇ ਬਾਕੀ ਐਪਲੀਕੇਸ਼ਨ ਇੰਡੀਆ ਦੇ ਵਿੱਚ ਲੱਗਦੀ ਹੈ। ਸੋ ਉਹ ਇੰਨਾ ਲੰਬਾ ਪ੍ਰੋਸੈਸਿੰਗ ਟਾਈਮ ਉਹਦਾ ਰਿਲੇਟਿਵਲੀ ਨਹੀਂ ਹੈਗਾ ਜਿਹੜਾ ਤੁਸੀਂ 2 ਸਾਲ ਕਹੀ ਜਾਂਦੇ ਹੈਗੇ ਹੋ। ਤੁਸੀਂ ਇੱਕ ਵਾਰੀ ਕਿਸੇ ਮੈਂਬਰ ਪਾਰਲੀਮੈਂਟ ਦੀ ਹੈਲਪ ਲੈ ਕੇ ਆਪਣੇ ਕੇਸ ਦਾ ਸਟੇਟਸ ਜ਼ਰੂਰ ਲਿਆ ਜੇ। ਜੀ ਬਿਲਕੁਲ। ਤੇ ਇਸ ਤੋਂ ਪਹਿਲਾਂ ਜਿਨ੍ਹਾਂ ਨੇ ਕੇਅਰ ਗਿਵਰ ਦੀ ਗੱਲ ਕੀਤੀ ਸੀ 2020 ਦੇ ਵਿੱਚ ਕਹਿ ਰਹੇ ਨੇ ਕਿ ਵਰਕ ਪਰਮਿਟ ਆਉਣ ਦਾ ਕੀ ਸਮਝ ਨਹੀਂ ਆਇਆ। ਓਕੇ ਭੈਣ ਜੀ, ਪਤਾ ਨਹੀਂ ਕਿਉਂ ਮਿਸ ਕਨਸੈਪਸ਼ਨ ਜਾਂ ਮਿਸ ਕਮਿਊਨੀਕੇਸ਼ਨ ਕਿੱਥੋਂ ਹੈਗੀ ਹੈ, ਜਾਂ ਤੁਹਾਡੀ ਅੰਡਰਸਟੈਂਡਿੰਗ ਦੇ ਵਿੱਚ, ਜਾਂ ਬਹੁਤ ਸਾਰੇ ਐਪਲੀਕੈਂਟ ਸਾਨੂੰ ਵੀ ਕਾਲ ਕਰਦੇ ਨੇ ਕਿ ਇਸ ਤਰ੍ਹਾਂ। ਆਈ ਡੋਂਟ ਥਿੰਕ ਸੋ ਕਿ ਅਸੀਂ ਇੱਕ ਵਾਰੀ ਵੀ ਇਸ ਟੌਪਿਕ ਦੇ ਉੱਤੇ ਗੱਲ ਕੀਤੀ ਹੋਵੇ ਕਿ ਤੁਹਾਨੂੰ ਸਟ੍ਰੇਟ ਪਰਮਾਨੈਂਟ ਰੈਜ਼ੀਡੈਂਸੀ ਗ੍ਰਾਂਟ ਹੋ ਰਹੀ ਹੈ। ਇਹ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀਗਾ। ਪਾਇਲਟ ਦੇ ਵਿੱਚ 5500 ਐਪਲੀਕੇਸ਼ਨ ਸਾਲ ਦੀਆਂ ਲਿੱਤੀਆਂ ਜਾਣੀਆਂ ਸੀਗੀਆਂ, ਜਿਹਦੇ ਵਿੱਚ 2750 ਐਪਲੀਕੇਸ਼ਨ ਸੀਗੀਆਂ ਚਾਈਲਡ ਕੇਅਰ ਦੇ ਵਿੱਚ, ਚਾਈਲਡ ਸਪੋਰਟ ਦੇ ਵਿੱਚ, ਤੇ ਦੂਸਰੀਆਂ 2750 ਸੀਗੀਆਂ ਹੋਮ ਸਪੋਰਟ ਦੇ ਵਿੱਚ। ਸੋ ਇਹ ਪ੍ਰੋਗਰਾਮ
ਇਹੋ ਜਿਹਾ ਪ੍ਰੋਗਰਾਮ ਸੀਗਾ ਜਿਹਦੇ ਵਿੱਚ ਪਰਮਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ ਐਂਡ ਵਰਕ ਪਰਮਿਟ ਦੀ ਐਪਲੀਕੇਸ਼ਨ ਸਾਈਮਲਟੇਨੀਅਸਲੀ ਲੱਗ ਰਹੀ ਸੀਗੀ। ਇਹਦਾ ਇਹ ਮਤਲਬ ਨਹੀਂ ਸੀਗਾ ਕਿ ਪਰਮਨੈਂਟ ਰੈਜ਼ੀਡੈਂਸੀ ਨਾਲ ਦੀ ਨਾਲ ਗ੍ਰਾਂਟ ਹੋ ਰਹੀ ਹੈ। ਪਹਿਲੇ ਤੁਹਾਨੂੰ ਵਰਕ ਪਰਮਿਟ ਹੀ ਮਿਲਣਾ ਹੈ, ਵਰਕ ਪਰਮਿਟ ਤੇ ਕੈਨੇਡਾ ਆ ਕੇ 2 ਸਾਲ ਕੰਮ ਕਰਨਾ ਪੈਣਾ ਹੈ, ਉਸ ਤੋਂ ਬਾਅਦ ਤੁਹਾਡੀ ਪਰਮਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ ਪ੍ਰੋਸੈਸ ਹੋਣੀ ਹੈ ਆਫਟਰ ਯੂ ਕੰਪਲੀਟ 2 ਇਅਰਸ ਇਨ ਕੈਨੇਡਾ। ਐਕਚੁਅਲੀ ਇੱਥੇ ਹੀ ਬਹੁਤ ਵਾਰੀ ਇਹ ਚੀਜ਼ ਡਿਸਕਸ ਹੋਈ ਆ ਇਮੀਗ੍ਰੇਸ਼ਨ ਮੈਟਰਸ ਪ੍ਰੋਗਰਾਮ ਦੇ ਉੱਤੇ, ਤੇ ਇੱਥੇ ਕਈਆਂ ਨੇ ਕਿਹਾ ਵਾ ਕਿ ਵੀ ਜਿਹੜੇ 2020 ਦੇ ਵਿੱਚ ਫਾਈਲਸ ਲੱਗੀਆਂ ਨੇ ਉਹਨਾਂ ਨੂੰ ਡਾਇਰੈਕਟ ਪੀਆਰ ਮਿਲੇਗੀ। ਬਟ ਆ ਸਟਰੀਮ ਹੀ ਇਹੋ ਜਿਹੀ ਹੈਗੀ ਸੀਗੀ ਜਿਹਦੇ ਵਿੱਚ ਕੇਅਰ ਗਿਵਰ ਔਰ ਤੇ ਉਹਨਾਂ ਦੀ ਫੈਮਿਲੀ ਨੂੰ ਕੈਨੇਡੀਅਨ ਇੰਟੀਗ੍ਰੇਸ਼ਨ ਦੇ ਵਿੱਚ ਨਾਲ ਦੀ ਨਾਲ ਪ੍ਰੋਸੈਸ ਚੱਲੇਗਾ। ਬਟ ਪਹਿਲੇ ਵਰਕ ਪਰਮਿਟ ਹੀ ਗ੍ਰਾਂਟ ਹੋਏਗਾ। ਵਰਕ ਪਰਮਿਟ ਦੇ ਬਾਅਦ ਤੁਸੀਂ ਜਦੋਂ ਕੈਨੇਡਾ ਆ ਕੇ 2 ਸਾਲ ਆਪਣਾ ਕੰਪਲੀਟ ਕਰ ਲੈਂਦੇ ਹੋ ਤੇ ਤੁਹਾਡੀ ਪਰਮਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ ਪ੍ਰੋਸੈਸ ਹੋਣੀ ਸੀਗੀ। ਸੋ ਆ ਪ੍ਰੋਗਰਾਮ ਹੀ ਇਹੋ ਜਿਹਾ ਡਿਜ਼ਾਈਨ ਕੀਤਾ ਗਿਆ ਸੀਗਾ। ਸੋ ਇਹਦੇ ਵਿੱਚ ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੀ ਕਿ ਤੁਹਾਨੂੰ ਸਟ੍ਰੇਟ ਪਰਮਨੈਂਟ ਰੈਜ਼ੀਡੈਂਸੀ ਮਿਲ ਰਹੀ ਹੈਗੀ ਹੈ। ਐਪ ਅੱਜ ਦੀ ਤਰੀਕ ਦੇ ਵਿੱਚ ਵੀ ਜੋ ਮੇਰੇ ਕੋਲ ਕੋਈ ਕੇਅਰ ਗਿਵਰ ਦੇ ਡਿਸਕਸ ਕਰਨ ਵਾਸਤੇ ਆਉਂਦੇ ਨੇ ਆਪਣੀ ਓਪਰਚੁਨਿਟੀਜ਼ ਐਂਡ ਆਪਣੀ ਆਪਸ਼ਨਸ, ਮੈਂ ਉਹਨਾਂ ਨੂੰ ਦੱਸਦਾ ਹੈਗਾ ਜੀ ਕਿ ਪਹਿਲੇ ਤੁਸੀਂ ਇੱਕ ਚੀਜ਼ ਦੇਖਣੀ ਹੈ ਕਿ ਹਾਲੇ ਤੇ 2019 ਦੀਆਂ ਵੀ ਕੁਝ ਫਾਈਲਸ ਬਾਕੀ ਹੈਗੀਆਂ, 2020 ਦੀ ਵੀ ਬਾਕੀ ਹੈ, 21 ਦੀ ਵੀ, 22 ਦੀ ਵੀ। 23 ਦੇ ਵਿੱਚ ਐਪਲੀਕੇਸ਼ਨ ਲਗਾਓਗੇ ਘੱਟੋ ਘੱਟ ਪ੍ਰੋਸੈਸਿੰਗ ਨੂੰ 2 ਸਾਲ ਜਾਣਗੇ ਜੀ। ਉਸ ਤੋਂ ਬਾਅਦ ਤੁਸੀਂ ਵਰਕ ਪਰਮਿਟ ਤੇ ਆ ਕੇ ਕੈਨੇਡਾ 2 ਸਾਲ ਕੰਮ ਕਰਨਾ ਹੈਗਾ। ਸੋ 4 ਸਾਲ ਨਿਕਲ ਗਏ ਤੁਹਾਡੇ। ਉਸ ਤੋਂ ਬਾਅਦ ਪਰਮਨੈਂਟ ਰੈਜ਼ੀਡੈਂਸੀ ਆਂਦੇ ਹੋ ਸਕਦਾ 6 ਮਹੀਨੇ ਸਾਲ ਹੋਰ ਲੱਗ ਜਾਏ। ਸੋ ਤੁਹਾਡੀ ਟੈਕਨੀਕਲੀ ਪਰਮਨੈਂਟ ਰੈਜ਼ੀਡੈਂਸੀ 5 ਤੋਂ 5.5 ਸਾਲ ਅਵੇ ਹੈਗੀ ਹੈ। ਜੇ ਤੁਹਾਡੇ ਕੋਲ ਕੋਈ ਹੋਰ ਬੈਟਰ ਓਪਰਚੁਨਿਟੀ ਮਿਲਦੀ ਹੈਗੀ ਹੈ, ਆਪਸ਼ਨ ਮਿਲਦੀ ਹੈਗੀ ਹੈ, ਤੇ ਗੋ ਐਂਡ ਗ੍ਰੈਬ ਦੈਟ ਓਪਰਚੁਨਿਟੀ। ਉਸ ਆਪਸ਼ਨ ਨੂੰ ਜਿਹੜੀ 6 ਸਾਲ ਦੂਰ ਹੈਗੀ ਹੈ, ਉਹ 6 ਸਾਲ ਬਾਅਦ ਕੀ ਹਾਲਾਤ ਰਹਿਣੇ ਨੇ ਟਾਈਮ ਵਿਲ ਟੈਲ। ਬਟ ਯੈਸ ਫਾਈਲ ਲੱਗੀ ਹੋਏਗੀ, ਪ੍ਰੋਸੈਸ ਹੋਣ ਦੇ ਚਾਂਸਸ ਬਹੁਤ ਬ੍ਰਾਈਟ ਹੈਗੇ ਨੇ। ਬਟ ਜੇ ਕੋਈ ਹੋਰ ਆਪਸ਼ਨ ਤੁਹਾਨੂੰ ਮਿਲਦੀ ਪਈ ਹੈ, ਗੋ ਫॉर ਦੈਟ ਆਪਸ਼ਨ। ਮੈਂ ਇਹਦੇ ਨਾਲ ਸੰਬੰਧਿਤ ਇੱਕ ਸਵਾਲ ਪੁੱਛਣਾ ਚਾਹੁੰਦੀ ਹਾਂ ਕਿ ਕੀ ਇੱਕੋ ਟਾਈਮ ਦੇ ਵਿੱਚ 2 ਪ੍ਰੋਗਰਾਮਸ ਦੇ ਵਿੱਚ ਫਾਈਲ ਲਗਾਈ ਜਾ ਸਕਦੀ ਹੈ? ਇਹਦੇ ਬਾਰੇ ਪੁੱਛਾਂਗੇ ਜ਼ਰੂਰ, ਪਰ ਇੱਕ ਪਹਿਲਾਂ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਰੈਂਪਟਨ ਤੋਂ ਜੀ। ਹਾਂਜੀ ਤਰਨ ਜੀ ਤੇ ਦੱਤਾ ਸਾਹਿਬ, ਮੇਰੀ ਇੱਕ ਕੁਐਸਚਨ ਸੀਗਾ। ਮੈਂ ਆਪਣੇ ਕਿਸੇ ਸੀਨੀਅਰ ਸਿਟੀਜ਼ਨ ਵਾਸਤੇ ਕੋਈ ਨੈਣੀ ਨੂੰ ਬੁਲਾਉਣਾ ਚਾਹੁੰਦਾ ਇੱਧਰ, ਤੇ ਉਹਦੇ ਵਾਸਤੇ ਰਿਕੁਆਇਰਮੈਂਟਸ ਕੀ ਚਾਹੀਦੀਆਂ ਜੀ, ਉਹਦੇ ਬਾਰੇ ਕਨਫਰਮ ਕਰਨਾ ਸੀਗਾ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ, ਤੁਸੀਂ ਪ੍ਰੋਗਰਾਮ 'ਚ ਕਾਲ ਕੀਤੀ ਹੈ ਜੀ। ਸਰ ਪਹਿਲਾਂ ਇਹਦੇ ਰਿਕੁਆਇਰਮੈਂਟਸ ਦੱਸਦੀ ਹੈ। ਓਕੇ ਜੀ, ਬੇਸਿਕਲੀ ਅੱਜ ਤੁਸੀਂ 2 ਸਟਰੀਮਸ ਦੀ ਗੱਲ ਕਰ ਰਹੇ ਹਾਂ। ਪਹਿਲੀ ਗੱਲ ਤਾਂ ਆ ਗਈ ਕਿ ਜਿਹੜੀ ਕੋਟੇ ਵਾਲੀ ਸਟਰੀਮ ਹੈਗੀ 5500 ਐਪਲੀਕੇਸ਼ਨਸ, ਉਹਦੇ ਵਿੱਚ ਜਿਹੜੀਆਂ ਚਾਈਲਡ ਕੇਅਰ ਵਾਲੀਆਂ ਐਪਲੀਕੇਸ਼ਨਸ ਹੁੰਦੀਆਂ ਉਹ ਨਾਰਮਲੀ ਫਸਟ ਵੀਕ ਦੇ ਵਿੱਚ ਹੀ ਉਹਨਾਂ ਦਾ ਕੋਟਾ ਰੀਚ ਹੋ ਜਾਂਦਾ ਹੈਗਾ। ਜਿਹੜੀ ਹੋਮ ਸਪੋਰਟ ਵਾਲੀ ਵਰਕ ਹੈ ਕੈਟੇਗਰੀ ਹੈਗੀ ਹੈ, ਉਹਦੇ ਵਿੱਚ ਤੁਹਾਡੇ ਕੋਲ ਜੌਬ ਆਫਰ ਫਰੋਮ ਅ ਕੈਨੇਡੀਅਨ EMPLOYER ਹੋਣਾ ਚਾਹੀਦਾ, ਜਿਹੜਾ ਇਹੋ ਜਿਹਾ EMPLOYER ਹੋਵੇ ਜਿਹੜਾ ਫਾਈਨੈਂਸ਼ੀਅਲੀ ਸਿਕਿਉਰ ਹੋਵੇ ਐਂਡ ਉਹਨਾਂ ਨੂੰ ਪੇ ਕਰਨ ਦੇ ਵਿੱਚ ਕੇਅਰ ਗਿਵਰ ਨੂੰ ਕੋਈ ਇਸ਼ੂਜ਼ ਨਾ ਹੋਣ, ਉਹਨਾਂ ਦੇ ਆਨਗੋਇੰਗ ਇਨਕਮ ਓਨੀ ਕੁ ਮੇਨਟੇਨ ਹੋਵੇ। ਸੋ ਜੇ ਉਹ ਚੀਜ਼ਾਂ ਹੈਗੀਆਂ ਤਾਂ ਬਿਲਕੁਲ ਮੀਟ ਹੋ ਸਕਦਾ। ਹੁਣ ਨੈਨੀ ਜਾਂ ਕੇਅਰ ਗਿਵਰ ਦੀ ਗੱਲ ਕਰ ਲਈਏ, ਕੇਅਰ ਗਿਵਰ ਦੇ ਕੋਲ ਜਾਂ ਨੈਨੀ ਦੇ ਕੋਲ ਉਸ ਤਰ੍ਹਾਂ ਦਾ ਐਜੂਕੇਸ਼ਨ ਹੋਣੀ ਚਾਹੀਦੀ ਹੈ, ਐਕਸਪੀਰੀਅੰਸ ਹੋਣਾ ਚਾਹੀਦਾ। ਐਜੂਕੇਸ਼ਨ ਨਾ ਵੀ ਹੋਵੇ, ਐਕਸਪੀਰੀਅੰਸ ਜ਼ਰੂਰ ਹੋਣਾ ਚਾਹੀਦਾ। ਐਂਡ ਆਈਲੈਟਸ ਤੇ ਡਿਗਰੀ ਅਸੈਸਮੈਂਟਸ ਵੀ ਹੋਣੀ ਚਾਹੀਦੀਆਂ, ਜਿਹਦੀ ਘੱਟੋ ਘੱਟ ਗ੍ਰੇਡ 12 ਤੋਂ ਬਾਅਦ 1 ਸਾਲ ਦੇ ਡਿਪਲੋਮੇ ਦੀ ਅਸੈਸਮੈਂਟ ਜ਼ਰੂਰ ਆਈ ਹੋਵੇ। ਦੂਸਰਾ ਆਈਲੈਟਸ ਹੋਣਾ ਚਾਹੀਦਾ। ਸੋ ਆਹ 2-3 ਚੀਜ਼ਾਂ ਰਿਕੁਆਇਰਮੈਂਟਸ ਹੈਗੀਆਂ ਐਪਲੀਕੈਂਟ ਵੱਲੋਂ। ਤੇ ਇਨਕਮ ਐਂਡ ਫਾਈਨੈਂਸ਼ੀਅਲ ਸਟੈਬਿਲਿਟੀ ਜਿਹੜੇ ਲੋਕਲ EMPLOYER ਹੈਗੇ ਨੇ ਉਹਨਾਂ ਵੱਲੋਂ ਰਿਕੁਆਇਰਮੈਂਟ ਹੈਗੀ ਹੈ। ਅੱਜ ਦੀ ਤਰੀਕ ਦੇ ਵਿੱਚ ਜਿੰਨੇ ਵੀ ਇਹ ਨਵੀਂ ਸਟਰੀਮ ਦੇ ਵਿੱਚ ਵੀਜ਼ਾ ਇਸ਼ੂ ਕੀਤੇ ਜਾਂਦੇ ਨੇ, ਇਹ ਓਨਰ ਜਿਹੜੇ EMPLOYER ਸਪੈਸੀਫਿਕ ਵਰਕ ਪਰਮਿਟਸ ਨਹੀਂ ਹੈਗੇ, ਇਹ ਆਕੂਪੇਸ਼ਨ ਸਪੈਸੀਫਿਕ ਵਰਕ ਪਰਮਿਟਸ ਨੇ। ਸੋ ਓਪਨ ਵਰਕ ਪਰਮਿਟ ਹੈਗੇ ਨੇ। ਸੋ ਜੇ ਆ ਕੇ EMPLOYER ਤੁਹਾਨੂੰ ਚੇਂਜ ਵੀ ਕਰਨਾ ਪੈਂਦਾ, ਯੂ ਸਟਿਲ ਹੈਵ ਐਨ ਆਪਸ਼ਨ ਟੂ ਡੂ ਦੈਟ। ਤੁਹਾਨੂੰ ਨਵਾਂ LMI ਵਗੈਰਾ ਲੈਣ ਦੀ ਲੋੜ ਨਹੀਂ ਪੈਣੀ ਜੀ। ਜੀ ਬਿਲਕੁਲ। ਤੇ ਆਪਾਂ ਵਾਪਸ ਆਪਣੇ ਟੌਪਿਕ ਤੇ ਆਈਏ। ਮੈਂ ਵੀ ਪੁੱਛਣਾ ਚਾਹੁੰਦੀ ਸੀ, ਤੁਹਾਨੂੰ ਇੱਕ ਟਾਈਮ ਦੇ ਵਿੱਚ 2 ਪ੍ਰੋਸੈਸ ਦੇ ਵਿੱਚ ਆਪਾਂ ਫਾਈਲਸ ਲਗਾ ਸਕਦੇ ਹਾਂ? ਬਿਲਕੁਲ ਲੱਗ ਸਕਦੀਆਂ ਜੀ। ਓਕੇ, ਵਾਪਸ ਵਰਕ ਪਰਮਿਟ ਦੇ ਉੱਤੇ ਆਪਾਂ ਆਈਏ। ਤੁਸੀਂ ਵਿਦ LMI ਵਰਕ ਪਰਮਿਟ ਦੇ ਬਾਰੇ ਜਾਣਕਾਰੀ ਦਿੱਤੀ, ਵਿਦਆਊਟ LMI ਦਾ ਕੀ ਪ੍ਰੋਸੈਸ ਹੋਏਗਾ? ਤਰਨ ਜੀ, ਵਿਦਆਊਟ LMI ਹੁਣ ਜਿਸ ਤਰ੍ਹਾਂ ਇੰਟਰਨੈਸ਼ਨਲ ਮੋਬਿਲਿਟੀ ਸਟਰੀਮ ਦੇ ਅੰਦਰ ਇੰਟਰਾ ਕੰਪਨੀ ਟ੍ਰਾਂਸਫਰ ਹੁਣ ਇਸ ਟਾਈਮ ਤੇ ਬਹੁਤ ਸਾਰੀ ਇੰਡੀਅਨ ਕੰਪਨੀਜ਼ ਹੈਗੀਆਂ ਜਿਨ੍ਹਾਂ ਦੇ 18,000 ਤੋਂ 25,000 EMPLOYEES ਇਸ ਟਾਈਮ ਕੈਨੇਡਾ ਦੇ ਵਿੱਚ ਬੈਠੇ ਹੋਏ ਨੇ। ਸੋ ਉਹ ਕਿਸ ਵਾਸਤੇ ਬੈਠੇ ਨੇ? ਬਿਕੋਜ਼ ਉਹ ਸਿਗਨੀਫਿਕੈਂਟ ਬੈਨੀਫਿਟਸ ਲੈ ਕੇ ਕੈਨੇਡਾ ਦੇ ਵਿੱਚ ਆਉਂਦੇ ਨੇ। ਸੋ ਸਿਗਨੀਫਿਕੈਂਟ ਬੈਨੀਫਿਟ ਲੈ ਕੇ ਕਿਸ ਤਰ੍ਹਾਂ ਆਉਂਦੇ ਨੇ ਜੀ? ਉਹ ਇੱਥੇ ਆ ਕੇ ਸਾਨੂੰ ਸੌਫਟਵੇਅਰ ਸਰਵਿਸਿਜ਼, IT ਦੀਆਂ ਕੰਪਨੀਆਂ ਬਹੁਤ ਸਾਰੀਆਂ ਹੈਗੀਆਂ। ਜੇ ਕੋਈ ਰਿਪੇਅਰ, ਜੇ ਕੋਈ ਹਾਰਡਵੇਅਰ ਦੇ ਵਿੱਚ ਹੈਗਾ ਤਾਂ ਹਾਰਡਵੇਅਰ ਰਿਪੇਅਰ ਦੇ ਵਿੱਚ ਕੈਨੇਡਾ ਆ ਕੇ ਕੰਮ ਕਰ ਰਿਹਾ। ਜੇ ਕੋਈ ਮੈਡੀਕਲ ਫੀਲਡ ਦੇ ਵਿੱਚ ਹੈਗਾ ਉਹ ਵੀ ਇੱਥੇ ਕੰਪਨੀਜ਼ ਆਪਣੇ EMPLOYEES ਨੂੰ ਵੀਜ਼ਾ ਗ੍ਰਾਂਟ ਕਰਦੀਆਂ ਹੈਗੀਆਂ। ਬਿਕੋਜ਼ ਬਹੁਤ ਸਾਰੀਆਂ ਮੈਡੀਕਲ ਇਕਵਿਪਮੈਂਟਸ ਦੀਆਂ ਵੀ ਕੰਪਨੀਜ਼ ਕੈਨੇਡਾ ਦੇ ਵਿੱਚ ਐਗਜ਼ਿਸਟ ਕਰਦੀਆਂ ਹੈਗੀਆਂ। ਉਹਨਾਂ ਦੀ ਦੇਖਭਾਲ ਨੂੰ, ਉਹਨਾਂ ਦੀ ਰਿਪੇਅਰ ਵਾਸਤੇ ਵੀ EMPLOYEES ਇੰਟਰਾ ਕੰਪਨੀ ਦੇ ਵਿੱਚ ਇੱਥੇ ਲੈਂਡ ਕਰਦੇ ਨੇ। ਹੁਣ ਸਿਗਨੀਫਿਕੈਂਟ ਬੈਨੀਫਿਟ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਵੀ ਲੋਕ ਆਉਂਦੇ ਨੇ ਜਿਨ੍ਹਾਂ ਦੇ ਕੋਲ ਐਕਸੈਪਸ਼ਨਲ ਐਜੂਕੇਸ਼ਨ ਹੋਵੇ, ਐਕਸੈਪਸ਼ਨਲ ਐਕਸਪੀਰੀਅੰਸ ਹੋਵੇ
ਜਾਂ ਉਹਨਾਂ ਦੇ ਨਾਮ ਤੇ ਕੋਈ ਪੇਟੈਂਟਸ ਹੋਣ ਤੇ ਉਹਨਾਂ ਨੂੰ ਕੋਈ ਆਪਣੀ ਐਗਜ਼ਿਸਟਿੰਗ ਕੰਪਨੀ ਨਾ ਵੀ ਹੋਵੇ ਤਾਂ ਵੀ ਉਹਨਾਂ ਨੂੰ ਦਿੱਤਾ ਜਾ ਸਕਦਾ ਹੈਗਾ। ਇਸੇ ਤਰ੍ਹਾਂ ਕੋਈ ਪਲੇਅਰ ਇਹੋ ਜਿਹਾ ਹੈਗਾ, ਕੋਈ ਐਥਲੀਟ ਇਹੋ ਜਿਹਾ ਹੈਗਾ, ਉਹਨਾਂ ਨੂੰ ਵੀ ਦਿੱਤਾ ਜਾ ਸਕਦਾ। ਕੋਈ ਫਿਲਮ ਮੇਕਰ ਹੈਗਾ, ਕੋਈ ਟੈਲੀਵਿਜ਼ਨ ਐਂਡ ਉਸ ਇੰਡਸਟਰੀ ਤੋਂ ਤਾਲੁਕ ਰੱਖਦੇ ਨੇ, ਉਹਨਾਂ ਨੂੰ ਵੀ ਇਸ ਕੈਟੇਗਰੀ ਦੇ ਵਿੱਚ ਦਿੱਤਾ ਜਾ ਸਕਦਾ। ਸੋ ਤੁਹਾਡੇ ਕੋਲ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਹੈਗਾ, ਤੁਹਾਡੀ ਐਜੂਕੇਸ਼ਨ ਕਿਸ ਤਰ੍ਹਾਂ ਦੀ ਹੈਗੀ ਹੈ, ਤੁਹਾਡੇ ਕੋਲ ਲੈਂਗੁਏਜ ਸਕਿੱਲਸ ਵੀ ਕਿਸ ਤਰ੍ਹਾਂ ਦੀਆਂ ਹੈਗੀਆਂ। ਇਹ ਨਹੀਂ ਕਿ ਤੁਸੀਂ ਟਰੱਕ ਡਰਾਈਵਰ ਨੂੰ ਨਹੀਂ ਮਿਲ ਸਕਦਾ, ਟਰੱਕ ਡਰਾਈਵਰ ਨੂੰ ਵੀ ਕੁਝ ਸਰਕਮਸਟੈਂਸਿਸ ਦੇ ਵਿੱਚ ਗ੍ਰਾਂਟ ਕੀਤਾ ਜਾ ਸਕਦਾ, ਪ੍ਰੋਵਾਈਡਡ ਉਹਨਾਂ ਦੇ ਕੋਲ ਉਸ ਤਰ੍ਹਾਂ ਦਾ ਐਂਟਰਪ੍ਰੀਨਿਓਰੀਅਲ ਐਕਸਪੀਰੀਅੰਸ ਹੋਵੇ, ਅਸੀਂ ਸ਼ੋਅ ਕਰ ਸਕੀਏ ਕਿ ਇਹਨਾਂ ਦੇ ਇੱਥੇ ਆ ਕੇ ਇੱਥੇ ਐਕਸਪੈਂਸ਼ਨਸ ਹੈਗੀਆਂ ਨਜ਼ਰ ਆ ਰਹੀਆਂ ਹੈਗੀਆਂ। ਸੋ ਚੀਜ਼ਾਂ ਬਹੁਤ ਸਾਰੀਆਂ ਹੈਗੀਆਂ। ਐਸੇ ਵਾਸਤੇ ਜਦੋਂ ਅਸੀਂ ਐਪਲੀਕੈਂਟ ਪਿਕ ਕਰਦੇ ਹਾਂ, ਜਿਸ ਆਦਮੀ ਦੇ ਕੋਲ ਐਕਸਪੀਰੀਅੰਸ ਹੀ ਉਸ ਤਰ੍ਹਾਂ ਦਾ ਨਾ ਹੋਵੇ ਐਂਡ ਐਜੂਕੇਸ਼ਨ ਵੀ ਨਾ ਹੋਵੇ, ਆਈਲੈਟਸ ਵੀ ਨਾ ਹੋਵੇ, ਫਾਈਨੈਂਸ਼ੀਅਲੀ ਵੀ ਉਸ ਤਰ੍ਹਾਂ ਦਾ ਹੋਵੇ, ਤੇ ਫਿਰ ਉਹ ਜਸਟੀਫਾਈ ਕਰਨ ਵਾਸਤੇ ਤੁਹਾਨੂੰ ਕਈ ਝੂਠ ਸੱਚ ਬੋਲਣੇ ਪੈਂਦੇ ਨੇ। ਤਾਂ ਹੀ ਅਸੀਂ ਕਈ ਵਾਰੀ ਇਹੋ ਜਿਹੇ ਕੇਸਿਸ ਤੋਂ ਦੂਰ ਹਟ ਜਾਂਦੇ। ਜੀ ਨੈਕਸਟ ਕਾਲਰ ਸਾਡੇ ਨਾਲ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ, ਮੈਂ ਸਰੀ ਤੋਂ ਬੋਲ ਰਹੀ ਹਾਂ ਜੀ। ਹਾਂਜੀ, ਮੈਂ ਪੁੱਛਣਾ ਜਿਹੜੇ ਇਲਾਸਟਿਕ ਸਿਸਟਮ ਮਾਪੇ ਦਾ ਚੱਲਦਾ ਸੀ, ਉਹ ਹੁਣ ਕਦੋਂ ਪੈਣੀ? ਅੱਗੇ ਅਸੀਂ ਪਾਈਆਂ 2 ਵਾਰੀ। ਪੇਰੈਂਟਸ ਦਾ ਤੁਸੀਂ ਲੋਟਰੀ ਕਰ ਰਹੇ ਹੋ? ਹਾਂਜੀ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ। ਜੀ ਸਰ, ਅਸੀਂ ਭੈਣ ਜੀ ਹੁਣੇ ਗੱਲ ਕਰਕੇ ਹਟੇ ਹਾਂ ਜੀ, ਅਕਤੂਬਰ ਦੇ ਵਿੱਚ ਹੀ ਕੁਝ ਦਿਨਾਂ ਦੇ ਵਿੱਚ ਅਪਡੇਟ ਐਕਸਪੈਕਟਡ ਹੈਗੀ ਇਹਦੇ ਬਾਰੇ। ਬਿਲਕੁਲ ਸਰ, ਜਿਵੇਂ ਤੁਸੀਂ ਇਹਦੇ ਬਾਰੇ ਵਿੱਚ ਕੈਟਾਗਰੀਜ਼ ਦੇ ਬਾਰੇ ਗੱਲ ਕਰ ਰਹੇ ਸੀ, ਇਹਦੇ ਲਈ ਕੋਈ ਰਿਕੁਆਇਰਮੈਂਟ, ਕੋਈ ਲੈਂਗੁਏਜ ਦੀ ਕੋਈ ਖਾਸ ਰਿਕੁਆਇਰਮੈਂਟ ਹੈਗੀ ਹੈ ਜਾਂ ਕੋਈ ਹੋਰ ਏਜ ਰਿਕੁਆਇਰਮੈਂਟ ਕੋਈ? ਤਰਨ ਜੀ, ਇਹ ਕੈਟੇਗਰੀ ਇਹੋ ਜਿਹੀ ਹੈਗੀ ਹੈ ਜਿਹਦੇ ਵਿੱਚ ਐਜੂਕੇਸ਼ਨ ਦੀ ਕੋਈ ਤੁਹਾਨੂੰ ਰਿਕੁਆਇਰਮੈਂਟਸ, ਕੋਈ ਡਿਗਰੀ ਅਸੈਸਮੈਂਟਸ ਪਹਿਲਾਂ ਨਹੀਂ ਚਾਹੀਦੀਆਂ, ਆਈਲੈਟਸ ਪਹਿਲਾਂ ਨਹੀਂ ਚਾਹੀਦਾ। ਜਦੋਂ ਪਰਮਾਨੈਂਟ ਰੈਜ਼ੀਡੈਂਸੀ ਦੀ ਐਪਲੀਕੇਸ਼ਨ ਲਗਾਣੀ ਹੈ ਸਾਲ ਬਾਅਦ, ਉਦੋਂ ਚਾਹੀਦਾ ਹੈਗਾ। ਬਟ ਅਗੇਨ ਅਸੀਂ ਇੱਕ ਚੀਜ਼ ਹੋਰ ਵੇ ਕਰਦੇ ਹਾਂ ਤਰਨ ਜੀ, ਕਿ ਇਸ ਕੈਟੇਗਰੀ ਦੇ ਵਿੱਚ ਆ ਕੇ ਤੁਹਾਡੀ ਪਰਮਾਨੈਂਟ ਰੈਜ਼ੀਡੈਂਸੀ ਹੋ ਵੀ ਰਹੀ ਹੈ ਜਾਂ ਨਹੀਂ ਹੋ ਰਹੀ। ਕਿਉਂਕਿ ਵੀਜ਼ਾ ਐਗਜ਼ੈਂਪਟ ਕੈਟੇਗਰੀ ਦੇ ਵਿੱਚ ਤੁਸੀਂ ਐਜ਼ ਅ ਟਰੱਕ ਡਰਾਈਵਰ ਆ ਤਾਂ ਗਏ, ਤੁਸੀਂ ਆ ਕੇ ਕੁਝ ਹੋਰ ਕੀਤਾ ਨਹੀਂ, ਸੋ ਤੁਹਾਡੀ ਪਰਮਾਨੈਂਟ ਰੈਜ਼ੀਡੈਂਸੀ ਕਿਸ ਤਰ੍ਹਾਂ ਹੋਣੀ ਹੈਗੀ। ਸੋ ਕੱਲਾ ਅਸੀਂ ਇਮੀਡੀਏਟ ਤੁਹਾਨੂੰ ਬੈਨੀਫਿਟ ਨਹੀਂ ਦੇਖਦੇ, ਅਸੀਂ ਤੁਹਾਨੂੰ ਲੌਂਗ ਟਰਮ ਬੈਨੀਫਿਟ ਤੁਹਾਨੂੰ ਕੀ ਹੋਣ ਜਾ ਰਿਹਾ ਉਹ ਵੀ ਤੁਹਾਨੂੰ ਸੁਜੈਸਟ ਕਰਦੇ ਹਾਂ। ਬਿਕੋਜ਼ ਜੇ ਤੁਸੀਂ ਸਾਡੀ ਸਰਵਿਸਿਜ਼ ਜਾਂ ਕਿਸੇ ਕੰਸਲਟੈਂਟ ਲਾਅਰ ਦੀ ਸਰਵਿਸਿਜ਼ ਲੈ ਰਹੇ ਹੋ, ਅਲਟੀਮੇਟ ਗੋਲ ਤੁਹਾਡਾ, ਐਂਡ ਜੇ ਤੁਸੀਂ ਆਪਣੇ ਆਪ ਨੂੰ ਉੱਥੋਂ ਅਪਰੂਵਡ ਕਰਕੇ ਕੈਨੇਡਾ ਦੇ ਵਿੱਚ ਆ ਰਹੇ ਹੋ, ਤੁਹਾਡਾ ਪਰਮਾਨੈਂਟ ਅਲਟੀਮੇਟ ਗੋਲ ਤੁਹਾਡਾ ਪਰਮਾਨੈਂਟ ਰੈਜ਼ੀਡੈਂਸੀ ਲੈਣਾ, ਆਪਣੀ ਫੈਮਿਲੀ ਨੂੰ, ਆਪਣੇ ਆਪ ਨੂੰ ਕੈਨੇਡੀਅਨ ਐਜੂਕੇਸ਼ਨ ਬੱਚਿਆਂ ਨੂੰ ਦਵਾਉਣਾ, ਇੱਥੇ ਸੈਟਲ ਹੋਣਾ, ਉਹ ਸਾਰਾ ਚੀਜ਼ ਹੈਗਾ। ਸੋ ਜੇ 2 ਸਾਲ ਬਾਅਦ ਵੀ ਤੁਸੀਂ ਟੈਂਪਰੇਰੀ ਹੀ ਲੈਣਾ ਹੈ, ਉਸ ਤੋਂ ਬਾਅਦ ਫਿਰ ਤੁਹਾਨੂੰ ਇਹੀ ਕੈਟੇਗਰੀ ਦੇ ਵਿੱਚ ਐਕਸਟੈਂਸ਼ਨ ਲੈਣੀ ਹੈਗੀ ਹੈ। ਸੋ ਤੋਂ ਐਕਸਟੈਂਸ਼ਨ ਵੀ ਚੱਲਦੀਆਂ ਰਹਿਣਗੀਆਂ। ਸੋ ਉਹ ਵੀ ਦੇਖਣਾ ਹੈਗਾ ਕਿ ਤੁਹਾਡੀ ਪਰਮਾਨੈਂਟ ਰੈਜ਼ੀਡੈਂਸੀ ਕਿਹੜੇ ਪ੍ਰੋਗਰਾਮ ਦੇ ਤਹਿਤ ਹੋਏਗੀ, ਕਿਹੜਾ ਪੀਐਨਪੀ ਤੁਹਾਨੂੰ ਇਵੈਂਚੁਅਲੀ ਵਰਕ ਕਰੇਗਾ। ਹੋ ਸਕਦਾ ਓਨਟਾਰੀਓ ਦਾ ਪੀਐਨਪੀ ਤੁਹਾਨੂੰ ਵਰਕ ਬਾਅਦ ਚ ਵੀ 4 ਸਾਲਾਂ ਬਾਅਦ ਵੀ ਨਾ ਕਰੇ। ਸੋ ਉਹ ਸਾਰੀਆਂ ਚੀਜ਼ਾਂ ਵੇ ਕਰਨ ਤੋਂ ਬਾਅਦ ਅਸੀਂ ਸੁਜੈਸਟ ਕਰਦੇ ਹਾਂ ਕਿ ਦਿਸ ਪ੍ਰੋਬਬਲੀ ਵੁੱਡ ਬੀ ਅ ਕੈਟੇਗਰੀ ਦੈਟ ਕੈਨ ਹੈਲਪ ਯੂ ਆਊਟ। ਜਿਵੇਂ ਤੁਸੀਂ ਇਹਦੀ ਗੱਲ ਕੀਤੀ, ਇਹਦੇ ਵਿੱਚ ਐਲਐਮਆਈ ਤਾਂ ਲੈਣੀ ਨਹੀਂ, ਐਗਜ਼ੈਮਟ ਹੈ, ਐਲਐਮਆਈ ਐਗਜ਼ੈਮਟ ਹੈ, ਵਰਕ ਪਰਮਿਟ, ਤਾਂ ਇਹਦੇ ਵਿੱਚ ਫਿਰ ਟਾਈਮ ਵੀ ਉਹਦੇ ਨਾਲੋਂ ਘੱਟ ਲੱਗੇਗਾ? ਬਿਲਕੁਲ ਤਰਨ ਜੀ, ਇਹਦੇ ਵਿੱਚ ਨਾਰਮਲੀ ਐਪਲੀਕੇਸ਼ਨਸ ਗੈਟ ਡਨ ਇਨ 3 to 6 ਮੰਥਸ ਟਾਈਮ। 3 to 6 ਮੰਥਸ। ਤੇ ਸਰ ਹੁਣ ਜਿਹੜੇ ਦਰਸ਼ਕ ਇਸ ਵਕਤ ਦੇਖ ਰਹੇ ਨੇ, ਸਮਾਂ ਸਾਡਾ ਥੋੜਾ ਜਿਹਾ ਇਜਾਜ਼ਤ ਲੈਣ ਵੱਲ ਅੱਗੇ ਵਧ ਰਿਹਾ, ਤੁਹਾਡੇ ਕੋਲ ਕੁਝ ਜੌਬ ਓਪਨਿੰਗਸ ਹੁੰਦੀਆਂ ਨੇ, ਇਸ ਵਾਰ ਕੁਝ ਹੈ ਸਾਡੇ ਦਰਸ਼ਕਾਂ ਲਈ? ਤਰਨ, ਅੱਜ ਜੌਬ ਆਫਰਸ ਓਪਨਿੰਗਸ ਤੋਂ ਤਾਂ ਦੱਸਾਂਗਾ, ਬਟ ਨਾਲ ਦੀ ਨਾਲ ਇਹ ਦੱਸਾਂਗਾ ਕਿ ਜੇ ਤੁਸੀਂ ਬਿਜ਼ਨਸਮੈਨ ਹੈਗੇ ਹੋ, ਇੰਡੀਆ, ਪਾਕਿਸਤਾਨ, ਮਿਡਲ ਈਸਟ, ਆਸਟ੍ਰੇਲੀਆ, ਨਿਊਜ਼ੀਲੈਂਡ ਕਿਤੇ ਵੀ ਐਸਟੈਬਲਿਸ਼ਡ ਹੈਗੇ ਹੋ, ਤੁਸੀਂ ਕੈਨੇਡਾ ਆਉਣਾ ਚਾਹੁੰਦੇ ਹੋ, ਆਪਣੇ ਆਪ ਨੂੰ ਐਕਸਪੈਂਡ ਕਰਨਾ ਚਾਹੁੰਦੇ ਹੋ, ਇੰਟਰਾ ਕੰਪਨੀ ਟ੍ਰਾਂਸਫਰੀ ਇਜ਼ ਵਨ ਆਫ ਦਾ ਬੈਸਟ ਪ੍ਰੋਗਰਾਮ ਜਿਹਦਾ ਤੁਸੀਂ ਫਾਇਦਾ ਲੈ ਸਕਦੇ ਹੈਗੇ ਹੋ। ਐਂਡ ਜੇ ਤੁਸੀਂ ਐਥਲੀਟ ਹੈਗੇ ਹੋ, ਫਿਲਮ ਇੰਡਸਟਰੀ ਤੋਂ ਤਾਲੁਕ ਹੈਗਾ, ਤਾਂ ਐਬਸੋਲੂਟਲੀ ਦਿਸ ਇਜ਼ ਅਨਦਰ ਪ੍ਰੋਗਰਾਮ ਦੈਟ ਕੈਨ ਅਮੇਜ਼ਿੰਗਲੀ ਵਰਕ ਫॉर ਯੂ। ਸੋ ਇਨਫੋਰਮੇਸ਼ਨ ਲੈਣ ਵਾਸਤੇ, ਸਟ੍ਰੇਟ ਫਾਰਵਰਡ ਐਡਵਾਈਸ ਵਾਸਤੇ ਸਾਡੇ ਆਫਿਸ ਨੂੰ ਜ਼ਰੂਰ ਕੰਟੈਕਟ ਕਰੋ। ਐਂਡ ਇਨ ਕੇਸ ਤੁਸੀਂ ਕੈਨੇਡਾ ਦੇ ਵਿੱਚ ਇਸ ਟਾਈਮ ਹੈਗੇ ਹੋ, ਤੁਸੀਂ ਜੌਬ ਕਰਦੇ ਆਏ ਹੋ, ਤੁਹਾਡੀ ਏਜ ਜਿੰਨੀ ਹੈਗੀ ਹੈ, ਉਹ ਸਾਰੀ ਚੀਜ਼ਾਂ ਸਾਡੇ ਨਾਲ ਫੋਨ ਕਰਕੇ ਸਾਡੇ ਨਾਲ 1-on-1 ਅਪਾਇੰਟਮੈਂਟ ਬਣਾ ਕੇ ਡਿਸਕਸ ਕਰੋ। ਦੇਅਰ ਕੁਡ ਬੀ ਆਪਸ਼ਨਸ ਜਿਹੜੀਆਂ ਤੁਹਾਡੀਆਂ ਅੱਜ ਹੀ ਵਰਕ ਹੋ ਸਕਦੀਆਂ, ਬਿਕੋਜ਼ ਹੁਣ ਤੋਂ ਬਾਅਦ ਅਕਤੂਬਰ, ਨਵੰਬਰ, ਦਸੰਬਰ ਹੁਣ ਸਲੋ ਮੰਥ ਸ਼ੁਰੂ ਹੋ ਜਾਣੇ ਨੇ। ਸੋ ਉਸ ਤੋਂ ਬਾਅਦ EMPLOYER ਨੂੰ ਲੋੜ ਤਾਂ ਪੈਣੀ ਹੈ ਜਦੋਂ ਅਪ੍ਰੈਲ ਮੌਸਮ ਖੁੱਲਣਾ ਹੈਗਾ, ਸੋ ਤਾਂ ਉਹਨਾਂ ਨੂੰ ਵਰਕਫੋਰਸ ਦੀ ਲੋੜ ਪੈਣੀ ਹੈ। ਸੋ ਜੇ ਤੁਸੀਂ ਵਰਕ ਪਰਮਿਟ ਕਰਵਾਉਣਾ ਚਾਹੁੰਦੇ ਹੋ, ਦਿਸ ਪ੍ਰੋਬਬਲੀ ਇਜ਼ ਦ ਰਾਈਟ ਟਾਈਮ। ਇਸ ਤੋਂ ਬਾਅਦ ਫਿਰ ਅਪ੍ਰੈਲ ਤੋਂ ਬਾਅਦ ਫਿਰ ਓਪਰਚੁਨਿਟੀ ਸ਼ੁਰੂ ਹੋ ਜਾਂਦੀਆਂ ਜੀ। ਪ੍ਰੋਗਰਾਮ ਦੀ ਲਾਸਟ ਕਾਲ ਲੈ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅਸੀਂ ਸਰੀ ਤੋਂ ਬੋਲ ਰਹੇ ਸੀ ਜੀ। ਮੇਰੇ ਕੁਐਸਚਨ ਸੀ, ਜਿੱਦਾਂ ਸਾਡੇ ਬੇਟੇ ਨੇ ਪੀਆਰ ਹੋਏ ਨੂੰ ਸਾਲ ਹੋਇਆ, ਤੇ ਉਹ ਸਾਡੀ ਫਾਈਲ ਪੇਰੈਂਟਸ ਦੀ ਕਦੋਂ ਲਗਾ ਸਕਦਾ ਹੈ? ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਕਾਲ ਕਰਨ ਲਈ। ਜੀ ਸਰ, ਜਦੋਂ ਤੁਹਾਡਾ ਬੇਟਾ 3 ਸਾਲ ਦੀਆਂ ਇਨਕਮ ਰਿਕੁਆਇਰਮੈਂਟਸ ਮੀਟ ਕਰ ਲੇਗਾ ਜੀ, ਪਿਛਲੇ 3 ਸਾਲਾਂ ਦੀਆਂ, ਤੇ ਉਹ ਤੁਹਾਡੀ ਫਾਈਲ ਪੁੱਟ ਅਪ ਕਰ ਸਕਦਾ। ਜੀ ਬਿਲਕੁਲ। ਤੇ ਸਰ, ਸਮਾਂ ਇਜਾਜ਼ਤ ਲੈਣ ਦਾ ਹੋ ਰਿਹਾ, ਦਰਸ਼ਕਾਂ ਲਈ ਕੁਝ ਖਾਸ? ਥੈਂਕ ਯੂ ਵੈਰੀ ਮਚ। ਬਸ ਸਟ੍ਰੇਟ ਫਾਰਵਰਡ ਇਮੀਗ੍ਰੇਸ਼ਨ ਇੱਕ ਇਹੋ ਜਿਹਾ ਸਬਜੈਕਟ ਹੈਗਾ ਜਿਹਦੇ ਵਿੱਚ ਕਈ ਚੀਜ਼ਾਂ ਅੰਦਰ ਦੀਆਂ ਅੰਦਰ ਇੰਟਰ ਰਿਲੇਟਡ ਹੈਗੀਆਂ। ਸੋ
ਜਦੋਂ ਵੀ ਤੁਸੀਂ ਆਪਣਾ ਕੇਸ ਡਿਸਕਸ ਕਰੋ ਜੈਨਰਿਕ ਸਮਝ ਕੇ ਨਾ ਡਿਸਕਸ ਕਰੋ, ਆਪਣੇ ਪਾਰਟਿਕੂਲਰ ਸਰਕਮਸਟੈਂਸਸ ਡਿਸਕਸ ਕਰੋ। ਜੇ ਵਿਦਿਨ ਕੈਨੇਡਾ ਹੈਗੇ ਹੋ, ਬਿਜ਼ਨਸਮੈਨ ਹੈਗੇ ਹੋ ਲੁਕਿੰਗ ਫॉर ਆਪਸ਼ਨਸ, ਤੇ ਕਮ ਡਾਊਨ ਐਂਡ ਡਿਸਕਸ on one basis. There are a lot of opportunities that probably can be worked out for you, but again ਅਸੀਂ ਤੁਹਾਨੂੰ short term benefit ਤੁਹਾਨੂੰ ਨਹੀਂ ਲੱਭ ਕੇ ਦਿੰਦੇ, but we look at a long term picture ਜਿਹੜੀ ਐਕਚੁਅਲੀ ਤੁਹਾਡੇ ਵਾਸਤੇ ਵਰਕ ਕਰੇ ਪਰਮਨੈਂਟ ਰੈਜ਼ੀਡੈਂਸੀ ਦੇ ਨਾਲ। ਬਿਲਕੁਲ, ਨਾਲੇ ਸੋਸ਼ਲ ਮੀਡੀਆ ਦੇ ਉੱਤੇ ਅਫਵਾਹਾਂ ਤੇ ਧਿਆਨ ਨਾ ਦਿਵੋ, ਆਥੈਂਟਿਕ ਰਿਸੋਰਸਸ ਤੋਂ ਜ਼ਰੂਰ ਚੈੱਕ ਕਰਵਾਓ। 100% ਤਰਨ ਜੀ, ਮੈਂ ਹਮੇਸ਼ਾ ਕਹਿੰਦਾ ਜੀ ਤੁਸੀਂ ਜਿਹੜੇ ਕੰਸਲਟੈਂਟ ਨਾਲ ਜਿਹੜੇ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਕਾਲਜ ਦੇ ਰਿਪਰੈਜ਼ੈਂਟੇਟਿਵਸ ਹੈਗੇ ਨੇ ਉਹਨਾਂ ਨਾਲ, ਜਿਹੜੇ ਮੈਂਬਰਸ ਹੈਗੇ ਨੇ ਉਹਨਾਂ ਨਾਲ ਡਿਸਕਸ ਕਰੋ, ਜਿਹੜੇ ਲਾਅ ਸੁਸਾਇਟੀ ਆਫ ਅਪਰ ਕੈਨੇਡਾ, ਤਾਂ ਕਿ ਤੁਹਾਨੂੰ ਆਥੈਂਟਿਕ ਐਂਡ ਸਟ੍ਰੇਟ ਫਾਰਵਰਡ ਐਡਵਾਈਸ ਮਿਲੇ। ਤੁਸੀਂ ਏਜੰਟਾਂ ਨਾਲ, ਘੋਸਟ ਕੰਸਲਟੈਂਟਸ ਨਾਲ ਡਿਸਕਸ ਕਰਦੇ ਹੋ ਤਾਂ ਨਾ ਤੁਹਾਨੂੰ ਕੋਈ ਬੈਨੀਫਿਟ ਮਿਲਦਾ ਆ, ਤੇ ਬਾਅਦ ਚੋਂ ਜਦੋਂ ਪੰਗਾ ਪੈ ਜਾਂਦਾ ਤਾਂ ਫਿਰ ਤੁਸੀਂ ਕਹਿੰਦੇ ਹੋ ਕਿ ਅਸੀਂ ਗਲਤ ਬੰਦੇ ਨੂੰ ਚੂਜ਼ ਕੀਤਾ। ਸੋ ਐਂਡ ਜਿਹੜੇ ਟਿਕਟੌਕ, ਇੰਸਟਾਗ੍ਰਾਮਸ, ਇਹੋ ਜਿਹੇ ਜਿਹੜੇ ਆਥੈਂਟਿਕ ਬੰਦੇ ਹੈਗੇ ਨੇ ਉਹਨਾਂ ਤੋਂ ਜ਼ਰੂਰ ਫੋਲੋ ਕਰਿਆ ਕਰੋ, ਦੂਜਿਆਂ ਤੋਂ ਦੂਰ ਰਿਹਾ ਕਰੋ। ਥੈਂਕ ਯੂ ਸੋ ਮਚ ਸਰ, ਪ੍ਰੋਗਰਾਮ ਚੁਣਨ ਲਈ ਤੇ ਜਾਣਕਾਰੀ ਸਾਂਝੀ ਕਰਨ ਦੇ ਲਈ। ਤੁਹਾਡੇ ਨਾਲ ਕਦੋਂ ਕਿਵੇਂ ਕਿੱਥੇ ਕੰਟੈਕਟ ਕਰੀਏ? ਤਰਨ ਜੀ, ਸਾਡਾ ਫੋਨ ਨੰਬਰ ਹੈਗਾ ਜੀ, ਹੈਡ ਆਫਿਸ ਸਾਡਾ ਮਿਸਿਸਾਗਾ ਦੇ ਵਿੱਚ ਹੈਗਾ ਜੀ, 1137 ਡੇਰੀ ਰੋਡ ਈਸਟ। ਫੋਨ ਨੰਬਰ ਹੈਗਾ ਜੀ 9054612424 ਐਂਡ WhatsApp ਨੰਬਰ ਹੈਗਾ ਸਾਡਾ 6478509000। ਈਮੇਲ ਆਈਡੀ info@iccimmigration.ca। ਜੇ ਤੁਸੀਂ ਇੰਟਰਨੈਸ਼ਨਲ ਸਟੂਡੈਂਟਸ ਹੈਗੇ ਹੋ ਜਾਂ ਫੋਰਨ ਵਰਕਰ ਹੈਗੇ ਹੋ ਅਕ੍ਰੋਸ ਕੈਨੇਡਾ ਕਿਤੇ ਵੀ ਬੈਠੇ ਹੋ, PNP ਦੀ ਓਪਰਚੁਨਿਟੀਜ਼ ਡਿਸਕਸ ਕਰਨੀਆਂ ਜਾਂ ਕਿਹੜਾ ਪ੍ਰੋਗਰਾਮ ਤੁਹਾਡੇ ਵਾਸਤੇ ਬੈਸਟ ਵਰਕ ਕਰੇਗਾ, ਉਹਦੇ ਵਾਸਤੇ ਇੱਕ ਵਾਰੀ ਸਾਨੂੰ ਜ਼ਰੂਰ ਕੰਟੈਕਟ ਕਰੋ। ਥੈਂਕ ਯੂ ਸੋ ਮਚ ਸਰ ਪ੍ਰੋਗਰਾਮ ਚੁਣਨ ਲਈ। ਸੋ ਦੋਸਤੋ, ਇਸੇ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ, ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਇਆ ਹੋਵੇਗਾ। ਕੋਈ ਵੀ ਇਮੀਗ੍ਰੇਸ਼ਨ ਸੰਬੰਧੀ ਸਲਾਹ ਚਾਹੀਦੀ ਹੈ ਤੁਸੀਂ ICC ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ। ਫਿਲਹਾਲ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।